ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰਬਾਣੀ ਗੁਰੂ ਵਿੱਚ ਜੋ ਉਪਦੇਸ਼ ਆਪਾਂ ਨੂੰ ਕਰ ਰਹੇ ਨੇ, ਜਦੋਂ ਸਾਡਾ ਮਨ ਇਸ ਲੋਕ ਵਿੱਚ ਆਉਂਦਾ ਹੈ, ਇਹਦੇ ਆ ਕੇ ਇਹ ਪਰਮਾਤਮਾ ਨਿਰੰਕਾਰ ਵਾਹਿਗੁਰੂ ਤੋਂ ਵੀ ਮੁੱਖ ਹੋ ਜਾਂਦਾ ਹੈ। ਜੋ ਸਾਡੇ ਮਨ ਵਾਸਤੇ ਹੁਕਮ ਸੀ, ਉਹ ਹੁਕਮ ਨੂੰ ਭੁੱਲ ਜਾਂਦਾ ਹੈ, ਹੁਕਮ ਨੂੰ ਵਿਸਾਰ ਦਿੰਦਾ ਹੈ, ਹੁਕਮ ਤੋਂ ਆਕੀ ਹੋ ਜਾਂਦਾ ਹੈ। ਫਿਰ ਹੁਕਮ ਤੋਂ ਆਕੀ ਹੋ ਕੇ ਜੋ ਵੀ ਕਰਦਾ ਹੈ, ਇਹ ਫਿਰ ਪਾਪ ਕਮਾਉਂਦਾ ਹੈ, ਪਾਪ ਕਰਦਾ ਹੈ। ਜਦੋਂ ਮਨ ਹੀ ਪਾਪ ਕਰਦਾ ਹੈ, ਫਿਰ ਇਹਨੂੰ ਸਮਝਾਉਂਦੇ ਕਿ ਪਾਪ ਕਮਾਉਂਦੇ ਹੋਏ ਤੇਰਾ ਜੋ ਬੇਲੀ, ਤੇਰਾ ਦੋਸਤ ਮਿੱਤਰ, ਉਹ ਪਰਮਾਤਮਾ ਨਹੀਂ ਹੋ ਸਕਦਾ। ਮਾਰੇ ਫਰਮਾਉਂਦੇ ਪਾਪ ਕਮਾਉਂਦੇ ਹਾਂ, ਤੇਰਾ ਕੋਈ ਨਾ ਬੇਲੀ ਰਾਮ। ਕਿ ਜੇ ਤੂੰ ਪਾਪ ਕਮਾਏਂਗਾ ਤੇ ਤੇਰਾ ਬੇਲੀ ਕੋਈ ਨਹੀਂ ਪਾਪਕ, ਨਾ ਤੇਰਾ ਹੋਰ ਕੋਈ ਸੰਗੀ ਸਾਥੀ ਬਣਨਾ। ਇੱਥੇ ਵੀ ਸਭ ਝੂਠੇ ਨੇ। ਸੋ ਪਾਪ ਹੈ ਕੀ ਹੈ? ਫਿਰ ਪਾਪ ਕਿਹਨਾਂ ਨੂੰ ਆਖਿਆ ਗੁਰਬਾਣੀ ਗੁਰੂ ਵਿੱਚ? ਤੇ ਪਾਪ ਮਨ ਕਰਦਾ ਕਿਵੇਂ ਇਹਦੇ ਉੱਤੇ ਪਾਪਾਂ ਦੀ ਮੈਲ ਲੱਗਦੀ ਹੈ। ਪਾਪ ਹੁੰਦੇ ਫਿਰ ਜਦੋਂ ਸਾਡਾ ਮਨ ਹੁਕਮ ਤੋਂ ਆਕੀ ਹੋ ਕੇ ਇਹ ਵੈਰ ਵਿਰੋਧ ਵਿੱਚ ਜਾਂਦਾ ਹੈ। ਇਹ ਕਿਸੇ ਨਾਲ ਦੌਦਾ ਕਰਦਾ, ਕਿਸੇ ਨਾਲ ਮਨ 'ਚ ਈਰਖਾ ਰੱਖਦਾ, ਕਿਸੇ ਨਾਲ ਨਫ਼ਰਤ ਕਰਦਾ, ਹਉਮੈ ਹੰਕਾਰ ਦੇ ਵਿੱਚ ਚੱਲਦਾ ਹੈ, ਸੈਂਸੇ ਫਿਕਰ ਚਿੰਤਾਵਾਂ ਦੇ ਵਿੱਚ ਚੱਲਦਾ ਹੈ। ਇਹ ਫਿਰ ਸਾਰੇ ਪਾਪ ਨੇ। ਫਿਕਰ ਕਰਨਾ, ਚਿੰਤਾ ਕਰਨੀ, ਇਹ ਪਾਪਾਂ ਦੀ ਮੈਲ ਮਨ 'ਤੇ ਚੜ੍ਹਦੀ ਹੈ।
ਕਿਸੇ ਦੀ ਨਿੰਦਿਆ ਕਰਨੀ, ਕਿਸੇ ਦੀ ਨਿੰਦਿਆ ਸੁਣਨੀ, ਇਹ ਪਾਪਾਂ ਦੀ ਮੈਲ ਮਨ ਦੇ ਉੱਤੇ ਚੜ੍ਹਦੀ ਹੈ। ਕਿਸੇ ਦੇ ਨਾਲ ਈਰਖਾ ਨਫ਼ਰਤ ਖੜੀ ਕਰ ਲੈਣੀ, ਕਿਸੇ ਨਾਲ ਧੜਾ ਬਣਾ ਲੈਣਾ, ਇਹ ਫਿਰ ਸਾਰੀ ਮਨ ਦੀ ਮੈਲ ਤੇ ਮਨ ਦੇ ਪਾਪ ਨੇ। ਹੁਣ ਇਹ ਪਾਪਾਂ ਦਾ ਨਾ ਜੀਵ ਨੂੰ ਭੇਤ ਹੋਣ ਕਰਕੇ, ਨਾ ਸੋਝੀ, ਨਾ ਗੁਰੂ ਦੀ ਮੱਤ ਲੈਣ ਕਰਕੇ ਮਨਮੁਖ ਜੀਵ ਦਿਨ ਰਾਤ ਪਾਪ ਕਮਾਉਂਦਾ। ਉਹ ਸਮਝਦਾ ਵੀ ਪਾਪ ਪਤਾ ਨਹੀਂ ਬਈ ਕਿਸੇ ਦੀ ਜੀਵ ਹੱਤਿਆ ਕਰਨੀ ਜਾਂ ਕੋਈ ਹੋਰ, ਉਹ ਸੰਸਾਰ ਦੇ ਵਿੱਚ ਹੋਰ ਪਾਪ ਸਮਝਦਾ। ਪਰ ਉਹਨੂੰ ਇਹ ਨਹੀਂ ਪਤਾ ਵੀ ਪਾਪ ਤਾਂ ਮੈਂ ਇਕੱਲਾ ਵੀ ਕਰ ਰਿਹਾ। ਜਦੋਂ ਮੈਂ ਸੋਚਾਂ 'ਚ ਚੱਲਦਾ, ਜਦੋਂ ਮੈਂ ਵਿਚਾਰ ਲੈਂਦਾ, ਉਹ ਵਿਚਾਰ ਹੀ ਤਾਂ ਪਾਪ ਨੇ। ਜਦੋਂ ਮਨ ਪਰਮਾਤਮਾ ਤੋਂ ਬੇਮੁਖ ਹੋ ਜਾਂਦਾ, ਹੁਕਮ ਤੋਂ ਆਕੀ ਹੋ ਜਾਂਦਾ, ਫਿਰ ਜੋ ਵੀ ਕਰਦਾ ਉਸ ਨੂੰ ਗੁਰਬਾਣੀ ਗੁਰੂ 'ਚ ਪਾਪ ਆਖੇ। ਇਸ ਲਈ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ, ਉਹ ਫਿਰ ਜੀਵ ਪਾਪੀ ਹੈ ਤੇ ਉਹ ਉਸੇ ਮਨ ਨੂੰ ਚੋਰ ਵੀ ਆਖੇ ਵੀ ਇਹ ਚੋਰ ਹੈ। ਤੇ ਚੋਰ ਦੇ ਜਿਵੇਂ ਗੁੱਟ ਪੈਂਦੀ ਦੂਸਰੇ ਘਰੇ ਸੰਨ ਲਾਉਂਦਾ, ਉਹਨੂੰ ਮੌਕੇ ਤੇ ਫੜ ਲਿਆ ਜਾਵੇ ਤੇ ਸਾਰੇ ਚੋਰ ਨੂੰ ਕੁੱਟਦੇ। ਇਸੇ ਤਰ੍ਹਾਂ ਹੀ ਫਿਰ ਇਹ ਜਿਹੜਾ ਮਨ ਪਾਪੀ ਹੁਕਮ ਤੋਂ ਆਕੀ ਹੋ ਗਿਆ, ਜਿਹੜਾ ਚੋਰ ਬਣ ਗਿਆ, ਇਹਦੇ ਫਿਰ ਜਮਾਂ ਦੀ ਮਾਰ ਪੈਂਦੀ, ਫਿਰ ਇਹਨੂੰ ਜਮ ਕੁੱਟਦੇ। ਮਾਰੇ ਫਰਮਾਉਂਦੇ ਜਿਨੀ ਨਾਮ ਵਿਸਾਰਿਆ, ਬਹੁ ਕਰਮ ਕਮਾਵਣ ਹੋਰ, ਨਾਨਕ ਜੰਪੁਰ ਵੱਧੇ ਮਾਰੀਏ, ਜਿਉ ਸੰਨੀ ਉੱਪਰ ਚੋਰ। ਇਹ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਕੇ ਬਹੁ ਕਰਮ ਹੋਰ ਕਮਾਈ, ਕਰਮ ਕੀ ਹੈ? ਮਨ ਦੇ ਕਰਮ। ਇੱਕ ਤਾਂ ਹੈ ਅਸੀਂ ਤਨ ਦਾ ਕਰਮ ਕਰਦੇ ਹਾਂ, ਉਹ ਤਾਂ ਅਸੀਂ ਕਰਨਾ ਹੀ ਕਰਨਾ। ਕੋਈ ਖੇਤੀਬਾੜੀ ਕਰਦਾ, ਕੋਈ ਨੌਕਰੀ ਕਰਦਾ, ਕੋਈ ਦਿਹਾੜੀ ਕਰਦਾ, ਉਹ ਅਸੀਂ ਤਨ ਵਾਸਤੇ ਕਰਦੇ। ਕਹਾਣੀ ਸਾਰੀ ਮਨ ਦੀ ਚੱਲਦੀ। ਸਾਡਾ ਮਨ ਕੀ ਕਰਦਾ? ਮਨ ਦੇ ਕਰਮ ਹੋਰ ਨੇ, ਤਨ ਦਾ ਕਰਮ ਜਿਹੜਾ ਉਹ ਤਾਂ ਅਸੀਂ ਕਰਨਾ ਹੀ ਕਰਨਾ। ਹੁਣ ਮਨ ਜਾਂ ਤਾਂ ਸਿਮਰਨ ਕਰੇ, ਭਗਤੀ ਕਰੇ, ਘਰ ਦਾ ਕੰਮ ਕਰੇ, ਆਪਣਾ ਨਿੱਜੀ ਕੰਮ ਕਰੇ। ਜੇ ਹੁਣ ਇਹ ਸਿਮਰਨ ਨਹੀਂ ਕਰਦਾ ਤੇ ਫਿਰ ਇਹ ਅਵਰ ਕਾਜ ਕਰਦਾ। ਅਵਰ ਕਾਜ ਕੀ? ਫਿਰ ਇਹ ਜਿਉਂ ਵਿਚਾਰ ਲੈਣੇ ਸ਼ੁਰੂ ਕਰਦਾ, ਸਾਰਾ ਦਿਨ ਵਿਚਾਰ ਹੀ ਲਈ ਜਾਂਦਾ। ਜਿਉਂ ਹੀ ਉੱਠਦਾ, ਉੱਠਣ ਸਾਰੀ ਵਿਚਾਰ ਸ਼ੁਰੂ ਹੋ ਜਾਂਦੇ। ਸਾਰਾ ਦਿਨ ਵਿਚਾਰਾਂ 'ਚ ਰਿਹਾ ਤੇ ਜਦੋਂ ਰਾਤ ਨੂੰ ਸੌਣਾ ਉਦੋਂ ਵੀ ਵਿਚਾਰਾਂ 'ਚ ਹੀ ਸੌਂ ਜਾਂਦਾ, ਉਹਨੂੰ ਪਤਾ ਨਹੀਂ। ਇਹ ਜਿਹੜੇ ਵਿਚਾਰ ਫਿਰ ਸਾਡੇ ਅੰਦਰ ਚੱਲਦੇ, ਇਹਨਾਂ ਨੂੰ ਅਵਰ ਕਾਜ ਕਹਿੰਦੇ। ਇਹ ਵਿਚਾਰ ਪਾਪ ਨੇ। ਇਹਨਾਂ ਵਿਚਾਰਾਂ ਦੀ, ਇਹਨਾਂ ਪਾਪਾਂ ਦੀ ਸਾਡੇ ਮਨ ਦੇ ਉੱਤੇ ਮੈਲ ਚੜ੍ਹਦੀ। ਇਸੇ ਵਰਤਾਏ ਹੀ ਸਾਨੂੰ ਨਾਨਕ ਦੇਵ ਜੀ ਰੋਜ਼ ਫਰਮਾਉਂਦੇ, ਭਰੀਏ ਮਤ ਪਾਪਾਂ ਕੀ ਸੰਗ, ਉਹ ਤੋਂ ਬੇਨਾਮੇ ਕੇ ਰੰਗ। ਬਈ ਮਨ ਜਿਹੜਾ ਪਾਪਾਂ ਨਾਲ ਭਰ ਗਿਆ। ਕਿਵੇਂ ਭਰ ਗਿਆ? ਵੀ ਉਹ ਦਿਨ ਰਾਤ ਵਿਚਾਰ ਲਈ ਜਾਂਦਾ। ਉਹ ਸਾਰੀ ਮੈਲ ਹੈ ਪਾਪਾਂ ਦੀ, ਵਿਚਾਰਾਂ ਦੀ, ਫੁਰਨਿਆਂ ਦੀ। ਹੁਣ ਇਸ ਵਾਸਤੇ ਜਿਹੜੀ ਪਾਪਾਂ ਦੀ ਮੈਲ, ਵਿਚਾਰਾਂ ਦੀ, ਸੈਂਸੇ ਫਿਕਰਾਂ ਦੀ, ਦੁਵਿਧਾ ਦੀ, ਫਿਰ ਇਸ ਮੈਲ ਨੂੰ ਲਾਹੁਣ ਵਾਸਤੇ ਸਾਨੂੰ ਗੁਰੂ ਦੀ ਮੱਤ ਲੈਣੀ ਪੈਂਦੀ।
ਇਸ ਮੈਲ ਨੂੰ ਲਾਹੁਣ ਵਾਸਤੇ ਸਤ ਸੰਗਤ ਦੇ ਵਿੱਚ ਸਾਨੂੰ ਆਉਣਾ ਪੈਂਦਾ। ਹੁਣ ਜਦ ਜੀਵ ਸੰਗਤ ਨਹੀਂ ਕਰਦਾ, ਉਹਨੂੰ ਤਾਂ ਪਹਿਲਾਂ ਇਹੀ ਨਹੀਂ ਪਤਾ ਵੀ ਪਾਪਾਂ ਦੀ ਮੈਲ ਚੜ੍ਹਦੀ ਕਿਵੇਂ। ਉਹਨੂੰ ਤਾਂ ਇਹੀ ਨਹੀਂ ਪਤਾ ਵੀ ਪਾਪ ਹੁੰਦੇ ਕੀ ਨੇ। ਉਹ ਤਾਂ ਪਾਪ ਆਪਦੀ ਮਰਜ਼ੀ ਨਾਲ ਹੀ ਬਣਾਏ ਫਿਰਦਾ ਸੰਸਾਰ ਦੇ ਵਿੱਚ। ਉਹ ਤਾਂ ਕਿਸੇ ਨੂੰ ਪੁੱਛ ਲਓ, ਹਰ ਇੱਕ ਜੀਵ ਕਹਿੰਦਾ ਮੈਂ ਬੜਾ ਪੁੰਨ ਦਾਨ ਕਰਦਾ, ਮੈਂ ਤਾਂ ਬਹੁਤ ਪੁੰਨ ਕਮਾਉਣਾ, ਵੀ ਆ ਦੂਸਰੇ ਪਾਪ ਕਰਦੇ ਹੋਣੇ, ਮੈਂ ਤਾਂ ਨਹੀਂ ਕਰਦਾ। ਪਰ ਇਹ ਨਹੀਂ ਪਤਾ ਵੀ ਪਾਪ ਦਿਨ ਰਾਤ ਕਰੀ ਜਾ ਰਹੇ ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ। ਸੋ ਐਸੀ ਅਵਸਥਾ ਦੇ ਵਿੱਚ ਫਿਰ ਮਹਾਰਾਜ ਕਹਿੰਦੇ ਵੀ ਜਦ ਜੀਵ ਸਤ ਸੰਗਤ ਨਹੀਂ ਕਰਦਾ, ਉਹਨੂੰ ਨਹੀਂ ਪਤਾ ਵੀ ਮੇਰੇ ਮਨ ਦੇ ਉੱਤੇ ਕਿਹੜੀ ਮੈਲ ਚੜ੍ਹੀ ਹੈ ਤੇ ਕਿਵੇਂ ਮੈਂ ਇਹ ਪਾਪ ਕਮਾਉਣਾ। ਹੁਣ ਜੀਵ ਅਗਿਆਨਤਾ ਦੇ ਵਿੱਚ ਦਿਨ ਰਾਤ ਪਾਪ ਕਰ, ਸਵੇਰੇ ਉੱਠਣ ਸਾਰੀ ਉਹ ਪਾਪ ਕਰਨਾ ਸ਼ੁਰੂ ਕਰ ਦਿੰਦਾ ਤੇ ਸਾਰਾ ਦਿਨ ਪਾਪ ਕਮਾਉਂਦਾ। ਕਿਸੇ ਨੂੰ ਫਿੱਕਾ ਬੋਲਣਾ, ਕਿਸੇ ਨੂੰ ਮਾੜੇ ਵਚਨ ਬੋਲਣੇ, ਇਹ ਸਭ ਪਾਪ ਹੀ। ਕਿਸੇ ਨਾਲ ਈਰਖਾ ਨਫ਼ਰਤ ਕਰ ਲੈਣ, ਕਿਸੇ ਨਾਲ ਵਿਚਾਰਾਂ ਦਾ ਟਕਰਾਅ ਕਰਨਾ, ਕਿਸੇ ਨਾਲ ਝਗੜਾ ਕਰਨਾ, ਇਹ ਸਭ ਪਾਪ ਹੀ ਤਾਂ ਹੈਗੇ ਨੇ। ਇਹ ਪਾਪ ਹੁੰਦੇ ਅਗਿਆਨਤਾ ਦੇ ਵਿੱਚ। ਜਦੋਂ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ, ਫਿਰ ਜੀਵ ਅਗਿਆਨਤਾ ਦੇ ਵਿੱਚ ਹੀ ਪਾਪ ਕਮਾਉਂਦਾ। ਤੇ ਇਹਨਾਂ ਪਾਪ ਕਮਾਉਂਦਿਆਂ ਨੂੰ ਹੀ ਮਾਰੇ ਫਿਰ ਕਹਿੰਦੇ ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ। ਵੀ ਇਹ ਜੋ ਤੂੰ ਦਿਨ ਰਾਤ ਪਾਪ ਕਮਾਉਣ ਲੱਗੀ, ਤੇਰੇ ਮਨ 'ਤੇ ਇਹਨਾਂ ਪਾਪਾਂ ਦੀ ਮੈਲ ਚੜ੍ਹਦੀ ਜਾਂਦੀ। ਹੁਣ ਇਹ ਪਾਪ ਕਰਦਿਆਂ ਨੂੰ ਸਾਨੂੰ ਚੌਥਾ ਯੁੱਗ, ਜਿਉਂ ਅਸੀਂ ਸਤਿਯੁਗ ਤੋਂ ਚੱਲੇ ਹਾਂ, ਅਸੀਂ ਇਹ ਪਾਪ ਕਮਾਉਂਦੇ ਹੀ ਆ ਰਹੇ ਹਾਂ। ਨਾ ਸੋਝੀ ਨਾ ਗਿਆਨ ਹੋਣ ਕਰਕੇ ਇੱਕ ਜੂਨ 'ਚੋਂ ਜਦੋਂ ਦੂਸਰੀ ਜੂਨ 'ਚ ਜਾਂਦੇ ਹੋ, ਪਾਪ ਨਾਲ ਹੀ ਚਲੇ ਜਾਂਦੇ ਹੋ, ਪਾਪਾਂ ਦੀ ਮੈਲ ਨਾਲ ਹੀ ਚਲੀ ਜਾਂਦੀ ਗਾ। ਹੁਣ ਇਹਨਾਂ ਪਾਪਾਂ ਦੀ ਮੈਲ ਇੰਨੀ ਮਨ 'ਤੇ ਲੱਗ ਗਈ ਵੀ ਇਹ ਮਨ ਹੈ ਜਿਹੜਾ ਸਾਡਾ, ਇਹ ਕਾਲਾ ਸ਼ਾਹ ਹੋ ਗਿਆ ਮੈਲ ਦੇ ਨਾਲ। ਮਹਾਰਾਜ ਫਰਮਾਉਂਦੇ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਊਗਾ ਸ਼ਾਹ, ਸ਼ਾਹ ਕਾਲਾ ਹੋ ਗਿਆ। ਹੁਣ ਇਹ ਕਾਲਾ ਹੋਇਆ ਹੋਇਆ ਮਨ ਸਤਿਗੁਰੂ ਕਹਿੰਦੇ ਵੀ ਧੋਤਾ ਜਾ ਸਕਦਾ। ਬੇਸ਼ੱਕ ਇਹ ਸ਼ਾਹ ਕਾਲਾ ਵੀ ਹੋ ਗਿਆ, ਫਿਰ ਵੀ ਸਾਨੂੰ ਗੁਰਬਾਣੀ ਗੁਰੂ ਵਿੱਚ ਮਹਾਰਾਜ ਭਰੋਸਾ ਦਿਵਾਉਂਦੇ, ਯਕੀਨ ਦਿਵਾਉਂਦੇ ਵੀ ਤੁਹਾਡਾ ਇਹ ਕਾਲਾ ਸ਼ਾਹ ਹੋਇਆ ਮਨ ਵੀ ਉਜਲ ਹੋ ਜਾਏਗਾ। ਇਹ ਧੋਤਾ ਜਾ ਸਕਦਾ ਹੈ ਜੇ ਤੁਸੀਂ ਗੁਰੂ ਦੀ ਮੱਤ ਲੈ ਲਓ, ਜੇ ਤੁਸੀਂ ਸਤਸੰਗ 'ਚ ਕਰੋ ਤਾਂ। ਹੁਣ ਪਿਛਲੇ ਯੁੱਗਾਂ ਦੇ ਵਿੱਚ ਮਨ ਦਾ ਕਿਸੇ ਨੇ ਇੰਨਾ ਖੋਲ੍ਹ ਕੇ ਭੇਦ ਨਹੀਂ ਦਿੱਤਾ ਵੀ ਜਿਹੜੀ ਮਨ ਦੇ ਉੱਤੇ ਮੈਲ ਲੱਗਦੀ ਪਾਪਾਂ ਦੀ, ਉਹ ਕਿਹੜੀ ਮੈਲ ਲੱਗਦੀ, ਫਿਰ ਕਿਹੜੀ ਮੈਲ ਲੱਗ ਕੇ ਮਨ ਇਹ ਵਾਰ-ਵਾਰ ਜੂਨਾਂ 'ਚ ਜਾਂਦਾ, ਤੇ ਕਿਵੇਂ ਹੁਣ ਇਹ ਮਨ ਦੀ ਮੈਲ ਜਿਹੜੀ ਇਹ ਅਸੀਂ ਲਾ ਸਕਦੇ ਹਾਂ। ਕਲਯੁਗ ਦੇ ਸਮੇਂ ਗੁਰੂ ਨਾਨਕ ਦੇ ਘਰ ਨੇ ਆਪਾਂ ਨੂੰ ਇਹ ਬੜਾ ਖੁੱਲ੍ਹ ਕੇ ਭੇਜ ਦਿੱਤਾ ਮਨ ਦਾ। ਇਹ ਮਨ ਜੇ ਕਾਲਾ ਸ਼ਾਹ ਵੀ ਹੋ ਗਿਆ ਤਾਂ ਵੀ ਇਹ ਧੋਤਾ ਜਾ ਸਕਦਾ, ਇਹ ਨਿਰਮਲ ਹੋ ਸਕਦਾ, ਇਹ ਉਜਲ ਹੋ ਸਕਦਾ। ਉਹਦੇ ਵਾਸਤੇ ਸਾਨੂੰ ਕਰਨਾ ਕੀ ਪਏਗਾ? ਸਾਨੂੰ ਮਹਾਰਾਜ ਸਮਝਾਉਂਦੇ ਵੀ ਇੱਕ ਤਾਂ ਤੁਹਾਨੂੰ ਸਤ ਸੰਗਤ ਕਰਕੇ ਗਿਆਨ ਲੈਣਾ ਪਏਗਾ ਵੀ ਮਨ 'ਤੇ ਮੈਲ ਕਿਹੜੀ ਲੱਗਦੀ। ਹੁਣ ਆਮ ਜੀਵ ਨੂੰ ਤਾਂ ਜਿਹੜਾ ਸੰਗਤ ਨਹੀਂ ਕਰਦਾ, ਉਹਨੂੰ ਤਾਂ ਪਤਾ ਹੀ ਨਹੀਂ ਵੀ ਪਾਪਾਂ ਦੀ ਮੈਲ ਕਿਵੇਂ ਚੜ੍ਹਦੀ ਹੈ ਮੇਰੇ 'ਤੇ। ਉਹ ਤਾਂ ਦਿਨ ਰਾਤ ਪਾਪ ਅਗਿਆਨਤਾ 'ਚ ਕਮਾਈ ਜਾਂਦਾ ਤੇ ਮੈਲ ਚੜ੍ਹਾਈ ਜਾਂਦਾ ਉੱਥੇ। ਹੁਣ ਆਵਾਂ ਨੂੰ ਫਿਰ ਕਹਿੰਦੇ ਵੀ ਇਹ ਗਿਆਨ ਲੈਣਾ ਪੈਣਾ ਸਾਨੂੰ ਸਤ ਸੰਗਤ ਕਰਕੇ, ਇਹ ਨਾਲ ਨਾਲ ਫਿਰ ਸਾਨੂੰ ਇਹ ਸਿਮਰਨ ਕਰਨਾ ਪੈਣਾ।
ਸ਼ਬਦ ਦੀ ਕਮਾਈ ਕਰਨੀ ਪੈਣੀ। ਜਦੋਂ ਅਸੀਂ ਇਹ ਸਿਮਰਨ ਕਰਦੇ ਜਪ ਦੀ ਵਿਧੀ ਦੁਆਰਾ ਗੁਰੂ ਦੀ ਮੱਤ ਲੈ ਕੇ, ਫਿਰ ਸਾਡੇ ਮਨ ਦੇ ਉੱਤੇ ਜਿਹੜੀ ਮੈਲ ਲੱਗੀ ਹੁੰਦੀ ਪਾਪਾਂ ਦੀ, ਚਿਰਾਂ ਦੀ, ਇਹ ਸਾਰੀ ਸਾਡੀ ਮਨ ਦੀ ਮੈਲ ਲੈ ਜਾਂਦੀ। ਮਹਾਰਾਜ ਫਰਮਾਉਂਦੇ ਹਲਤ ਸੁਖ ਪਲਤ ਸੁਖ ਸਰਬ ਸੁਖ ਸਿਮਰਨੁ, ਨਾਮ ਗੋਬਿੰਦ ਕਾ ਸਦਾ ਲੀਜੇ, ਮਿਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੁਆ ਜੀਜੇ। ਬਈ ਸਾਨੂੰ ਹਲਤ ਸੁੱਖ ਇਸ ਲੋਕ ਦਾ ਵੀ ਸੁੱਖ ਤੇ ਪਲਤ ਸੁੱਖ ਪਰਲੋਕ ਦਾ ਵੀ ਸੁੱਖ, ਸਾਨੂੰ ਸਾਰੇ ਸੁੱਖ ਮਿਲਣਗੇ ਜੇ ਅਸੀਂ ਪਰਮਾਤਮਾ ਦਾ ਸਿਮਰਨ ਕਰੀਏ। ਤੇ ਸਾਡੇ ਕੀਤੇ ਹੋਏ ਚਿਰਾਂ ਦੇ ਪਾਪ ਉਹ ਵੀ ਮਿਟ ਜਾਣੇ, ਉਹ ਵੀ ਖਤਮ ਹੋ ਜਾਣੇ। ਜਿਹੜੀ ਮਨ ਤੇ ਮੈਲ ਚੜੀ ਕਲਕ, ਮਿਟੇ ਕਮਾਣੇ ਪਾਪ ਚਿਰਾਣੇ, ਚਿਰਾਂ ਦੇ ਪਾਪ ਮਿਟ ਜਾਣੇ, ਧੋਤਾ ਜਾਣਾ ਮਨ ਨੇ। ਪਰ ਉਹ ਧੋਤਾ ਤਾਂ ਹੀ ਜਾਂਦਾ ਜੇ ਅਸੀਂ ਸਿਮਰਨ ਕਰਦੇ ਹਾਂ, ਸਤ ਸੰਗਤ ਕਰਦੇ ਹਾਂ, ਗੁਰੂ ਦੀ ਮੱਤ ਲੈਂਦੇ। ਜੇ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ ਤੇ ਜੀਵ ਸੰਸਾਰ 'ਚ ਜਿੱਥੇ ਮਰਜ਼ੀ ਚਲਾ ਜਾਵੇ, ਉਹ ਉੱਥੋਂ ਜਾ ਕੇ ਵੀ ਪਾਪਾਂ ਦੀ ਮੈਲ ਲੱਗ ਹੀ ਜਾਂਦਾ। ਚਾਹੇ ਉਹ ਤੀਰਥਾਂ 'ਤੇ ਚਲਾ ਜਾਵੇ, ਗੁਰੂ ਘਰ ਚਲਾ ਜਾਵੇ, ਤੀਰਥਾਂ 'ਤੇ ਜਾ ਕੇ ਉੱਥੇ ਇਸ਼ਨਾਨ ਕਰਕੇ ਆਵੇ ਸਰੋਵਰਾਂ 'ਚ, ਉੱਥੇ ਜਾ ਕੇ ਵੀ ਉਹ ਅਗਿਆਨਤਾ ਦੇ ਵਿੱਚ ਉੱਥੋਂ ਹੋਰ ਮੈਲ ਚੜਾ ਕੇ ਆ ਜਾਂਦਾ। ਇਸ ਲਈ ਮਹਾਰਾਜ ਕਹਿੰਦੇ ਕਲਯੁਗ ਦੇ ਸਮੇਂ ਵਿੱਚ ਤੁਸੀਂ ਚਾਹੇ ਜੀਵ ਕਰੋੜਾਂ ਤੀਰਥਾਂ ਦੇ ਵਿੱਚ ਇਸ਼ਨਾਨ ਕਰੋੜਾਂ ਵਾਰੀ ਕਰ ਲਵੇ, ਪਰ ਉੱਥੋਂ ਜੇ ਉਹਨੇ ਗੁਰੂ ਦੀ ਮੱਤ ਨਹੀਂ ਲਈ, ਸਤ ਸੰਗਤ ਨਹੀਂ ਕੀਤੀ, ਉਹਨੇ ਹੋਰ ਮੈਲ ਚੜਾ ਕੇ ਉੱਥੋਂ ਆ ਜਾਣਾ। ਮਹਾਰਾਜ ਫਰਮਾਉਂਦੇ ਕੋਟ ਮਜਨ ਤੀਰਥ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀ ਚ। ਬਈ ਕਲਯੁਗ ਦੇ ਵਿੱਚ ਕਰੋੜਾਂ ਤੀਰਥਾਂ ਤੇ ਇਸ਼ਨਾਨ ਕਰਕੇ ਵੀ ਜੀਵ ਦੀ ਮੈਲ ਨਹੀਂ ਲੈਂਦੀ। ਬਈ ਜੇ ਅਸੀਂ ਆਖੀਏ ਵੀ ਪਾਣੀ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸਾਡੇ ਮਨ ਦੀ ਮੈਲ ਲੈ ਜੇ, ਤੇ ਉਹ ਤਾਂ ਲੈਣੀ ਨਹੀਂ। ਮਨ ਤੇ ਜਿਹੜੀ ਮੈਲ ਲੱਗਦੀ, ਨਾ ਤਾਂ ਇਹ ਮਨ ਸਾਡਾ ਪਾਣੀ ਨਾਲ ਧੋਤਾ ਜਾਵੇ, ਨਾ ਇਹ ਸਾਬਣ ਨਾਲ ਧੋਤਾ ਜਾਵੇ। ਸਾਡੇ ਮਨ ਤੇ ਜਿਹੜੀ ਮੈਲ ਲੱਗੀ ਹੈ ਨਾਮ ਦੁਆਰਾ ਲੈਣੀ, ਗੁਰੂ ਦੀ ਮੱਤ ਦੁਆਰਾ, ਸ਼ਬਦ ਦੁਆਰਾ ਲੈਣੀ, ਉੱਦਾਂ ਤਾਂ ਲੈਂਦੀ ਨਹੀਂ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਜੇ ਜਲ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਮੁਕਤੀ ਮਿਲਦੀ ਹੋਵੇ, ਤੇ ਡੱਡੂ ਦਾ ਪਾਣੀ 'ਚ ਹੀ ਰਹਿੰਦਾ, ਉਹ ਕਿਉਂ ਨਹੀਂ ਮੁਕਤ ਹੋ ਜਾਂਦਾ? ਜਿਵੇਂ ਉਹ ਡੱਡੂ ਨਹੀਂ ਮੁਕਤ ਹੋ ਸਕਦਾ, ਉਹ ਵਾਰ-ਵਾਰ ਜੁਗਨਾ 'ਚ ਆਉਂਦਾ ਜਾਂਦਾ, ਇਸੇ ਤਰ੍ਹਾਂ ਹੀ ਉਹ ਜੀਵ ਵੀ ਜਿਹੜਾ ਨਾਮ ਦੇ ਨਾਲ ਨਹੀਂ ਜੁੜਦਾ, ਉਹ ਮੁਕਤ ਨਹੀਂ ਹੋ ਸਕਦਾ। ਮਹਾਰਾਜ ਫਰਮਾਉਂਦੇ ਜਲ ਕੇ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਹੋਏ ਨਰ, ਫਿਰ ਫਿਰ ਜੂਨੀ ਆਵੇ। ਬਈ ਜਿਵੇਂ ਉਹ ਡੱਡੂ ਨਹੀਂ ਮੁਕਤ ਹੋ ਸਕਦਾ, ਉਹ ਤਾਂ ਰਹਿੰਦਾ ਹੀ ਪਾਣੀ 'ਚ। ਤੇ ਜੀਵ ਆ ਕੇ ਪਾਣੀ 'ਚ ਇਸ਼ਨਾਨ ਕਰਕੇ ਮੈਂ ਮੁਕਤ ਹੋ ਗਿਆ ਜੀ, ਮੇਰੇ ਪਾਪ ਲੈ ਗਏ। ਇੱਦਾਂ ਪਾਪ ਨਹੀਂ ਲੈਂਦੇ। ਇਹ ਤਾਂ ਬੜਾ ਅਸੀਂ ਸੌਖਾ ਬਣਾ ਲਿਆ, ਖੇਡ ਬਣਾ ਲਈ ਇੱਕ, ਵੀ ਜਿਵੇਂ ਮਰਜ਼ੀ ਦਿਨ ਰਾਤ ਪਾਪ ਕਰੀ ਚੱਲੋ ਤੇ ਪਾਣੀ 'ਚ ਇਸ਼ਨਾਨ ਕਰ ਲਓ ਤੇ ਮੈਲ ਲੈ ਗਈ ਜੀ। ਮਹਾਰਾਜ ਕਹਿੰਦੇ ਵੀ ਇੱਦਾਂ ਮੈਲ ਨਹੀਂ ਲੈਂਦੀ। ਮਨ ਵਾਸਤੇ ਜਿਹੜਾ ਤੀਰਥ, ਉਹ ਨਾਮ ਹੈ ਤੁਹਾਡੇ ਅੰਦਰ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਅੰਤਰਗਤ ਤੀਰਥ ਮਲ ਨਹੁ। ਮਹਾਰਾਜ ਕਹਿੰਦੇ ਤੀਰਥ ਤੁਹਾਡੇ ਅੰਦਰ ਹੈ, ਅੰਤਰਗਤ। ਤੁਸੀਂ ਸ਼ਬਦ ਦੀ ਵਿਚਾਰ ਕਰੋ ਤੇ ਅੰਤਰਗਤ ਜਾਓ ਤੇ ਉਹ ਤੀਰਥ 'ਚ ਮਨ ਦਾ ਇਸ਼ਨਾਨ ਕਰਾਓ। ਸੋ ਕਈ ਜੀਵ ਹੁਣ ਵੀ ਪਾਣੀ ਦੇਖ ਕੇ, ਜਲ ਦੇਖ ਕੇ ਉਹਦੇ ਵਿੱਚ ਇਸ਼ਨਾਨ ਕਰਨ ਵਾਸਤੇ ਵੜ ਜਾਂਦੇ। ਵੀ ਕੋਈ
ਰਾਤ ਨੂੰ 12 ਵਜੇ, ਕੋਈ 2 ਵਜੇ, ਕੋਈ 1 ਵਜੇ। ਤੇ ਪਾਣੀ ਦੇ ਵਿੱਚ ਜੀਵ ਰਹਿੰਦੇ, ਤੇ ਉਹ ਜਿਹੜੇ ਜੀਵ ਰਹਿੰਦੇ ਰਾਤ ਨੂੰ ਉਹ ਵੀ ਘਰੇ ਗਏ ਹੁੰਦੇ ਸੁੰਨ 'ਚ। ਜਿੰਨੀ ਵੀ 84 ਲੱਖ ਜੂਨ ਨੇ ਸਭ ਰਾਤ ਨੂੰ ਘਰ ਚਲੀ ਜਾਂਦੀ ਸੁੰਨ ਦੇ ਵਿੱਚ। ਤੇ ਜਦੋਂ ਜੀਵ ਪਾਣੀ 'ਚ ਛਾਲ ਮਾਰਦੇ ਵੜਦੇ, ਤੇ ਉਹ ਜੀਵ ਨੇ ਜਿਹੜੇ ਉਹ ਘਰਾਂ 'ਚੋਂ ਗਏ ਹੁੰਦੇ, ਉਹ ਫਿਰ ਵਾਪਸ ਇੱਧਰ ਆ ਜਾਂਦੇ। ਤੇ ਉਹਨਾਂ ਦਾ ਮਨ ਦੁਖੀ ਹੁੰਦਾ, ਉਹ ਸ਼ਾਂਤ ਹੁੰਦਾ ਇੱਧਰ ਆ ਕੇ। ਮਹਾਰਾਜ ਕਹਿੰਦੇ ਵੀ ਤੁਸੀਂ ਆਪਦੇ ਜਾਣੇ ਤਾਂ ਬੜਾ ਪੁੰਨ ਕਰਦੇ ਹੋ, ਉਹ ਪੁੰਨ ਥੋੜ੍ਹੀ, ਉਦੋਂ ਤੁਸੀਂ ਪਾਪ ਕਮਾਇਆ। ਅਗਿਆਨਤਾ ਦੇ ਵਿੱਚ ਅਸੀਂ ਆਖਿਆ ਵੀ ਬੜਾ ਚੰਗਾ ਕੰਮ ਕੀਤਾ ਜੀ, ਇਹ ਤਾਂ ਪੁੰਨ ਖੱਟ ਲਿਆ ਜੀ ਇੰਨੇ ਤੜਕੇ ਨਹਾ ਕੇ। ਤੇ ਇਹ ਨਹੀਂ ਪਤਾ ਵੀ ਉਹ ਜੀਵਾਂ ਨੂੰ ਅਸੀਂ ਸਤਾਤਾ, ਉਹਨਾਂ ਦੇ ਮਨ ਸੀ ਜਿਹੜੇ ਉਹ ਤਾਂ ਅਸੀਂ ਦੁਖੀ ਕਰਤੇ। ਇਸ ਲਈ ਮਹਾਰਾਜ ਕਹਿੰਦੇ ਘਟ ਦੇ ਵਿੱਚ ਹੀ ਤੁਹਾਡੇ ਅੰਦਰ ਤੀਰਥ ਨੇ, 68 ਤੀਰਥ ਸਾਡੇ ਅੰਦਰ ਨੇ, ਉਹ ਗੁਰੂ ਦਿਖਾਉਂਦਾ ਸਨ। ਮਹਾਰਾਜ ਫਰਮਾਉਂਦੇ ਤੀਰਥ ਦੇਖ ਨ ਜਲ ਮੇ ਪੈਸੋ, ਜੀ ਜੰਤ ਨ ਸਤਾਵੇ ਗੋ। 68 ਤੀਰਥ ਗੁਰੂ ਦਿਖਾਲੇ, ਘਟ ਹੀ ਭੀਤਰ ਨਹਾਵੇ ਗੋ। ਬਈ ਤੁਸੀਂ ਉਹਨਾਂ ਜੀਵਾਂ ਨੂੰ ਕਿਉਂ ਸਤਾਉਂਦੇ? ਬਈ ਪਾਣੀ ਦੇ ਵਿੱਚ ਵੜ ਕੇ ਤੁਸੀਂ ਉਹਨਾਂ ਜੀਵਾਂ ਨੂੰ ਤੰਗ ਕਰਦੇ ਹੋ। ਵੀ ਤੁਹਾਡੇ ਘਟ ਦੇ ਵਿੱਚ ਹੀ ਤੀਰਥ, ਬਈ ਤੁਸੀਂ ਉਹਦੇ 'ਚ ਕਿਉਂ ਨਹੀਂ ਇਸ਼ਨਾਨ ਕਰਦੇ? ਉਹਦੇ 'ਚ ਕਿਉਂ ਨਹੀਂ ਮਨ ਦੀ ਮੈਲ ਲਾਉਂਦੇ? ਸੋ ਇਸ ਵਾਸਤੇ ਫਿਰ ਇਹਦਾ ਭੇਦ ਸਾਨੂੰ ਜਦ ਤੱਕ ਅਸੀਂ ਸਤ ਸੰਗਤ ਨਹੀਂ ਕਰਦੇ, ਸਾਨੂੰ ਇਹ ਅੰਦਰ ਦਾ ਭੇਦ ਨਹੀਂ ਆ ਸਕਦਾ। ਜਦ ਤੱਕ ਸਾਨੂੰ ਐਸੇ ਗੁਰਮੁਖ ਸੰਤ ਸਾਧੂ ਗੁਰਸਿੱਖ ਨਹੀਂ ਮਿਲਦੇ, ਜਿਨ੍ਹਾਂ ਨੇ ਆਪ ਅੰਤਰਗਤ ਜਾ ਕੇ ਇਸ਼ਨਾਨ ਕੀਤਾ, ਜਿਨ੍ਹਾਂ ਨੂੰ ਆਪਦਾ ਅੰਦਰ ਦਾ ਭੇਦ ਹੈ, ਉਹੀਓ ਸਾਨੂੰ ਦੱਸ ਸਕਦੇ। ਨਹੀਂ ਤਾਂ ਸਾਨੂੰ ਆਪਦੇ ਆਪ ਹੀ ਸੋਝੀ ਆਉਂਦੀ ਨਹੀਂ, ਸਾਨੂੰ ਭੇਦ ਆਉਂਦਾ ਹੀ ਨਹੀਂ। ਉਹ ਫਿਰ ਅਗਿਆਨਤਾ ਦੇ ਵਿੱਚ ਜੀਵ ਬਾਹਰੀ ਤੀਰਥਾਂ ਤੇ ਚਲੇ ਵੀ ਜਾਂਦੇ, ਤੇ ਨਾ ਗਿਆਨ ਨਾ ਸੋਝੀ ਲੈਣ ਕਰਕੇ ਉਸੋਂ ਹੋਰ ਅਸੀਂ ਪਾਪਾਂ ਦੀ ਮੈਲ ਚੜਾ ਕੇ ਅਗਿਆਨਤਾ 'ਚ ਹੋਰ ਮੁੜੇ ਹੁੰਦੇ। ਇਸ ਵਾਸਤੇ ਫਿਰ ਮਾਰੇ ਕਹਿੰਦੇ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਇੱਕ ਭਾਵ ਲੱਥੀ ਨਾਤਿਆਂ, ਦੋਏ ਭਾਈ ਚੜੀਏ ਸਹੋਰ। ਬਾਹਰ ਧੋਤੀ ਤੂੰਮੜੀ, ਅੰਦਰ ਵੈਸਨ ਕੋਰ। ਸਾਧ ਭਲੇ ਅੰਨ ਨਾਤਿਆਂ, ਚੋਰ ਸੇ ਚੋਰਾਂ ਚੋਰ। ਵੀ ਜਿਹੜੇ ਸਾਧੂ ਉਹ ਤਾਂ ਬਿਨਾਂ ਨਾਤਿਆਂ ਤੋਂ ਹੀ ਚੰਗੇ ਨੇ, ਕਿ ਉਹਨਾਂ ਦਾ ਮਨ ਸ਼ੁੱਧ ਹੈ, ਮਨ ਉਹਨਾਂ ਦਾ ਨਿਰਮਲ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਚੋਰ ਉਹ ਬਾਹਰੋਂ ਤਾਂ ਨਹਾ ਲਿਆ ਤੇ ਅੰਦਰ ਉਹਦੇ ਵਿਸ, ਅੰਦਰ ਉਹਦੇ ਜ਼ਹਿਰ, ਬਈ ਅੰਦਰ ਉਹੀ ਕੁੜੱਤਣ ਹੈ, ਵੈਰ ਵਿਰੋਧ, ਈਰਖਾ ਨਫ਼ਰਤ, ਉਹ ਪਾਪਾਂ ਦੀ ਮੈਲ ਤਾਂ ਲੱਥੀ ਨਹੀਂ ਅੰਦਰੋਂ। ਹਉਮੈ ਹੰਕਾਰ ਤਾਂ ਅੰਦਰੋਂ ਗਿਆ ਹੀ ਨਹੀਂ, ਵੈਰ ਵਿਰੋਧ ਤਾਂ ਗਿਆ ਹੀ ਨਹੀਂ, ਉਹ ਸਗੋਂ ਤੇ ਹੋਰ ਹਉਮੈ ਦੀ ਪੰਡ ਬੰਨ੍ਹ ਕੇ ਆ ਜਾਂਦਾ। ਬਈ ਮੈਂ ਗਿਆ ਸੀ ਜੀ ਤੀਰਥਾਂ 'ਤੇ, ਉੱਥੇ ਜਾ ਕੇ ਮੈਂ ਇੰਨਾ ਪੁੰਨ ਦਾਨ ਕਰਕੇ ਆਇਆ, ਇੰਨਾ ਮੈਂ ਚੜਾਵਾ ਚੜਾ ਕੇ ਆਇਆ। ਤੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਫਿਰ ਸਮਝਾਉਂਦੇ ਵੀ ਇਹ ਸਾਰੀ ਕਹਾਣੀ ਸਾਡੇ ਅੰਦਰ ਦੀ, ਸਾਰੀ ਗੁਰਬਾਣੀ 1430 ਅੰਗ, ਇਹ ਸਾਡੀ ਇਹ ਕਾਇਆ ਦੀ ਅੰਦਰ ਦੀ ਖੋਜ ਕਰਕੇ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਆਪਾਂ ਨੂੰ ਦੱਸਿਆ ਹੈ। ਬਈ ਤੁਸੀਂ ਕੀ ਖੋਜਣਾ ਚਾਹੁੰਦੇ? ਬਈ ਗੁਰਬਾਣੀ ਨੂੰ ਜਦੋਂ ਤੁਸੀਂ ਪੜ੍ਹਦੇ ਹੋ, ਤੁਹਾਡੇ ਅੰਦਰ ਦੀ ਖੋਜ ਹੈ, ਤੁਸੀਂ ਕੀ ਖੋਜਣਾ ਹੈ? ਤੁਸੀਂ ਖੋਜੀ ਬਣ ਕੇ ਪੜ੍ਹੋ। ਹੁਣ ਜੇ ਤਾਂ ਅਸੀਂ ਖੋਜੀ ਬਣ ਕੇ ਚੱਲਾਂਗੇ, ਫਿਰ ਤਾਂ ਸਾਨੂੰ ਅੰਦਰ ਦੀ ਖੋਜ ਕਰਾਂਗੇ ਤੇ ਸਾਨੂੰ ਅੰਦਰ ਦਾ ਭੇਤ ਆਏਗਾ। ਪਰ ਜੀਵ ਕੀ ਕਰਦਾ? ਉਹ ਖੋਜ ਨਹੀਂ ਕਰਦਾ ਅੰਦਰ ਦੀ, ਉਹ ਬਾਹਰੀ ਕਰਮ ਦੇ ਨਾਲ ਜੁੜਿਆ ਹੋਣ ਕਰਕੇ ਉਹ ਗੁਰਬਾਣੀ ਨੂੰ ਵੀ ਬਾਹਰੀ ਤੌਰ 'ਤੇ ਲਾ ਲੈਂਦਾ। ਵੀ ਮੇਰਾ ਕੰਮਕਾਰ ਨਹੀਂ ਚੱਲਦਾ ਜੀ, ਕੰਮਕਾਰ ਵਧੀਆ ਚੱਲ ਪਵੇ
ਵੀ ਉਹਦੇ ਵਾਸਤੇ ਮੈਂ ਕਿਹੜਾ ਪਾਠ ਕਰਾਂ। ਮੇਰੇ ਸਰੀਰ ਨੂੰ ਕੋਈ ਰੋਗ ਲੱਗਿਆ, ਰੋਗ ਠੀਕ ਹੋ ਜੇ, ਮੈਨੂੰ ਪਾਠ ਦੇ ਦਿਓ, ਕੋਈ ਕਿਹੜਾ ਪਾਠ ਕਰਨਾ। ਸਾਡੇ ਘਰ ਦੇ ਵਿੱਚ ਉਹ ਬਿਮਾਰੀ ਨਹੀਂ ਜਾਂਦੀ, ਬਿਮਾਰੀ ਚਲੀ ਜਾਵੇ, ਕੋਈ ਪਾਠ ਦੇ ਦਿਓ ਜੀ। ਤੇ ਇਸ ਵਾਸਤੇ ਉਹ ਗੁਰਬਾਣੀ ਨੂੰ ਵੀ ਇਸ ਕਰਕੇ ਪੜ੍ਹਦਾ ਹੈ, ਵੀ ਇਸ ਕਰਕੇ ਨਹੀਂ ਪੜ੍ਹਦਾ ਵੀ ਮੇਰੇ ਜਿਹੜੇ ਮਨ ਦੀ ਮੈਲ ਉਹ ਉਤਰੇ। ਸਰੀਰ ਦੇ ਨਾਲ ਜੁੜਿਆ ਹੋਣ ਕਰਕੇ ਸਰੀਰ ਦੀਆਂ ਮੰਗਾਂ ਮੰਗਦਾ, ਕਾਰੋਬਾਰ ਵਧੀਆ ਚੱਲ ਪਏ, ਧਨ ਦੌਲਤ ਦੀ ਕਮੀ ਨਾ ਜੇ, ਸਰੀਰ ਨੂੰ ਕੋਈ ਰੋਗ ਨਾ ਲੱਗ ਜੇ, ਘਰ 'ਚ ਕੋਈ ਬਿਮਾਰੀ ਨਾ ਆ ਜੇ, ਇਸ ਵਾਸਤੇ ਕਰਨਾ। ਹੁਣ ਜਦੋਂ ਅਸੀਂ ਗੁਰਬਾਣੀ ਗੁਰੂ ਤੋਂ ਪੁੱਛਦੇ ਹਾਂ ਵੀ ਕੀ ਇਹ ਸਾਰਾ ਕੁਛ ਕੀਤਾ ਹੋਇਆ ਸਾਡਾ ਠੀਕ ਆ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਤੁਸੀਂ ਤਾਂ ਬਹੁਤ ਹੀ ਅਗਿਆਨੀ ਹੋ ਗਏ। ਬਈ ਗੁਰੂ ਸਾਹਿਬ ਸਾਨੂੰ ਇਹ ਥੋੜ੍ਹੀ ਕਹਿ ਰਹੇ ਨੇ, ਉਹ ਤਾਂ ਸਾਨੂੰ ਕਹਿ ਰਹੇ ਵੀ ਤੁਹਾਡੇ ਮਨ ਦੀ ਜਿਹੜੀ ਮੈਲ ਪਾਪਾਂ ਦੀ ਜੜੀ, ਉਹ ਮਨ ਦੀ ਮੈਲ ਲਾਉਣੀ। ਸਾਰੀ ਗੁਰਬਾਣੀ ਗੁਰੂ 'ਚ ਅੰਮ੍ਰਿਤ ਹੈ, ਤੇ ਅੰਮ੍ਰਿਤ ਦੁਆਰਾ ਅਸੀਂ ਮਨ ਨੂੰ ਧੋਣਾ ਸੀ ਤੇ ਮਨ ਦੀ ਮੈਲ ਉਤਰਨੀ ਸੀ। ਮਹਾਰਾਜ ਫਰਮਾਉਂਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ, ਕਿ ਸਾਰੀ ਗੁਰਬਾਣੀ ਅੰਮ੍ਰਿਤਮਈ ਹੈ, ਤੇ ਅੰਮ੍ਰਿਤ ਦੁਆਰਾ ਇਹ ਸਾਡੇ ਮਨ ਨੇ ਧੋਤਾ ਜਾਣਾ ਸੀ, ਮਨ ਨੇ ਨਿਰਮਲ ਹੋਣਾ ਸੀ। ਹੁਣ ਇਹ ਧੋਤਾ ਕਿਉਂ ਨਹੀਂ ਜਾਂਦਾ? ਕਈ ਜੀਵਨ ਸਾਰੀ ਸਾਰੀ ਉਮਰ ਹੋ ਗਈ ਪੜ੍ਹਦੇ ਨੇ, ਪੜ੍ਹੀ ਜਾਂਦੇ, ਰੋਜ਼ ਪੜ੍ਹਦੇ, ਬਿਨ ਨਾਗਾ ਪੜ੍ਹਦੇ, ਤੇ ਮਨ ਹੈ ਜਿਹੜਾ, ਮਨ ਕਿਉਂ ਨਹੀਂ ਧੋਤਾ ਜਾਂਦਾ? ਮਨ ਕਿਉਂ ਨਹੀਂ ਸ਼ੁੱਧ ਹੁੰਦਾ? ਮਨ ਤਾਂ ਨਿਰਮਲ ਹੋ ਜਾਣਾ ਚਾਹੀਦਾ। ਚਲੋ ਜਿਹੜੇ ਨਹੀਂ ਪੜ੍ਹਦੇ ਉਹਨਾਂ ਤਾਂ ਮੰਨਿਆ ਵੀ ਮੈਲਾ ਹੈ, ਤੇ ਜਿਹੜੇ ਪੜ੍ਹਦੇ, ਨਿੱਤ ਪੜ੍ਹਦੇ, ਉਹਨਾਂ ਦਾ ਕਾਹਤੋਂ ਮੈਲਾ ਹੈ? ਉਹ ਤਾਂ ਧੋਤੇ ਜਾਣੇ ਚਾਹੀਦੇ, ਉਹ ਤਾਂ ਸ਼ੁੱਧ ਹੋ ਜਾਣਾ ਚਾਹੀਦਾ। ਹੁਣ ਉਹਨਾਂ ਦਾ ਕਿਉਂ ਨਹੀਂ ਧੋਤਾ ਜਾਂਦਾ? ਕਿਉਂਕਿ ਉਹ ਵੀ ਗੁਰੂ ਦੀ ਮੱਤ ਨਹੀਂ ਲੈਂਦੇ। ਉਹਨਾਂ ਨੇ ਵੀ ਇੱਕ ਕਰਮ ਬਣਾ ਲਿਆ, ਬਈ ਜੀਵਾਂ ਨੇ, ਸਤਿਗੁਰੂ ਕਹਿੰਦੇ ਇਹ ਕਰਮ ਬਣਾ ਲਿਆ, ਵੀ ਕਿਸੇ ਨੇ ਕਰਮ ਬਣਾ ਲਿਆ ਮੈਂ ਪੜ੍ਹਨੀ, ਵੀ ਮੇਰਾ ਕੰਮ ਹੈ ਜੀ, ਮੈਂ ਪੜ੍ਹ ਕੇ ਸੁਣਾਉਣੀ ਹੈ, ਉੱਚੀ ਵਧੀਆ ਹੇਕਾਂ ਲਾਉਣੀ ਹੈ, ਇਹਦੀ ਆਵਾਜ਼ ਬੜੀ ਸੋਹਣੀ ਹੈ ਜੀ। ਤੇ ਕਿਸੇ ਨੇ ਕਰਮ ਬਣਾ ਲਿਆ ਮੈਂ ਗਾਉਣਾ। ਤੇ ਮਹਾਰਾਜ ਕਹਿੰਦੇ ਵੀ ਇੱਕ ਜੀਵਾਂ ਨੇ ਕਰਮ ਬਣਾ ਲਿਆ, ਪੜ੍ਹਨਾ ਗਾਉਣਾ ਸੰਸਾਰ ਕੀ ਕਾਰ, ਵੀ ਸੰਸਾਰ ਦਾ ਉਹਨਾਂ ਨੇ ਕਾਰਨ ਬਣਾ ਲਿਆ, ਕਰਮ ਬਣਾ ਲਿਆ। ਤੇ ਕੀ ਪੜ੍ਹਦੇ ਨੇ? ਉਹਨੂੰ ਆਪ ਹੀ ਨਹੀਂ ਵਿਚਾਰਦੇ, ਉਹਨੂੰ ਆਪ ਹੀ ਨਹੀਂ ਸੁਣਦੇ ਵੀ ਅਸੀਂ ਕੀ ਪੜ੍ਹ ਰਹੇ ਹਾਂ, ਕੀ ਮਹਾਰਾਜ ਕਹਿ ਰਹੇ ਨੇ, ਕਿਉਂਕਿ ਉਹਨਾਂ ਨੇ ਮਕਸਦ ਹੀ ਨਹੀਂ ਸਮਝੇ। ਉਹਨਾਂ ਨੇ ਸਮਝਿਆ ਵੀ ਸ਼ਾਇਦ ਇਕੱਲਾ ਸਾਨੂੰ ਪੜ੍ਹਨ ਨੂੰ ਨਹੀਂ ਕਹਿ ਰਹੇ, ਮੇਰਾ ਸਾਡਾ ਕਰਮ ਹੈ ਨਹੀਂ, ਅਸੀਂ ਪੜ੍ਹਨਾ ਹੈ ਬਸ। ਤੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਫਿਰ ਸਮਝਾਉਂਦੇ ਵੀ ਇਸ ਤਰ੍ਹਾਂ ਪੜ੍ਹਨ ਦੇ ਨਾਲ ਮਨ ਦੀ ਮੈਲ ਨਹੀਂ ਉਤਰਦੀ। ਤੁਸੀਂ ਬੇਸ਼ੱਕ ਉਹਨਾਂ ਗਿਆਨੀਆਂ ਤੋਂ ਪੁੱਛੋ ਜਿਨ੍ਹਾਂ ਨੂੰ ਇਹ ਸਾਰਾ ਅੰਦਰ ਦਾ ਗਿਆਨ ਬ੍ਰਹਮ ਦਾ, ਵੀ ਇੱਦਾਂ ਪੜ੍ਹਨ ਦੇ ਨਾਲ ਮਨ ਦੀ ਮੈਲ ਨਹੀਂ ਜਾਂਦੀ, ਪੜ੍ਹਿਆਂ ਮੈਲ ਨਾ ਉਤਰੇ। ਪੁੱਛੋ ਗਿਆਨੀਆਂ ਜਾਏ, ਮਨ ਮੇਰੇ ਗੁਰ ਸ਼ਰਨ ਆਏ, ਤਾਂ ਨਿਰਮਲ ਹੋਏ ਮਨ ਮੁਖ, ਹਰ ਹਰ ਕਰ ਸਕੇ ਮੈਲ ਨਾ ਸਕੀ ਧੋਈ। ਹੁਣ ਆਮ ਜੀਵ ਦੀ ਵਿਚਾਰਧਾਰਾ ਕੀ ਹੈ? ਉਹ ਸਮਝਦਾ ਵੀ ਮੈਂ ਗੁਰਬਾਣੀ ਪੜ੍ਹਦਾ, ਮੈਂ ਗੁਰਮੁਖ ਹਾਂ, ਜਿਹੜਾ ਨਹੀਂ ਪੜ੍ਹਦਾ ਉਹ ਮਨਮੁਖ। ਮੈਂ ਰੋਜ਼ ਗੁਰਦੁਆਰੇ ਆਉਂਦਾ, ਮੈਂ ਗੁਰਮੁਖ ਹਾਂ, ਜਿਹੜਾ ਨਹੀਂ ਆਉਂਦਾ ਉਹ ਮਨਮੁਖ। ਹੁਣ ਆਪਾਂ ਜਦੋਂ ਗੁਰਬਾਣੀ ਗੁਰੂ ਤੋਂ ਪੁੱਛਦੇ ਹਾਂ ਵੀ ਕੀ ਜਿਹੜੇ ਗੁਰਬਾਣੀ ਪੜ੍ਹਦੇ ਉਹ ਸਾਰੇ ਗੁਰਮੁਖ ਹੀ ਨੇ? ਮਹਾਰਾਜ ਤਾਂ ਕਹਿੰਦੇ ਉਹ ਮਨਮੁਖ ਵੀ ਪੜ੍ਹਦੇ ਨੇ। ਵੀ ਮਨਮੁਖ ਜਦੋਂ ਪੜ੍ਹਦੇ, ਉਹਨਾਂ ਦੀ ਨਿਸ਼ਾਨੀ ਕੀ? ਵੀ ਉਹਨਾਂ ਦਾ ਮਨ ਨਹੀਂ ਟਿਕਦਾ। ਜਦੋਂ ਉਹ ਪੜ੍ਹਦੇ ਉਹ ਵਿਚਾਰਦੇ ਨਹੀਂ, ਕਿਉਂਕਿ ਉਹਨਾਂ ਨੇ ਗੁਰੂ ਦੀ ਮੱਤ ਨਹੀਂ ਲਈ, ਆਪਦੀ ਮੱਤ ਦੁਆਰਾ ਪੜ੍ਹਦੇ ਨੇ। ਕਾਹਦੇ ਵਾਸਤੇ ਪੜ੍ਹਦੇ? ਸੰਸਾਰ ਦੀ ਕਾਰ ਵਾਸਤੇ, ਸੰਸਾਰ ਦਾ ਵਿੱਚ ਕੋਈ ਮਕਸਦ ਰੱਖੀਏ, ਤਾਂ ਕਰਕੇ ਉਹਨਾਂ ਨੂੰ ਸੋਝੀ ਨਹੀਂ ਆਉਂਦੀ, ਤਾਂ ਨਹੀਂ ਉਹਨਾਂ ਦਾ ਮਨ ਧੋਤਾ ਜਾਂਦਾ, ਕਿਉਂਕਿ ਮਨ ਤਾਂ ਉਹੀਓ ਚੀਜ਼ਾਂ ਲੋੜ ਰਿਹਾ।
ਵੀ ਕਾਰੋਬਾਰ ਵਧੀਆ ਚੱਲੇ ਜਾਂ ਸਰੀਰ ਨੂੰ ਕੋਈ ਰੋਗ ਨਾ ਲੱਗੇ, ਘਰ 'ਚ ਬਿਮਾਰੀ ਨਾ ਆ ਜੇ, ਇਸ ਵਾਸਤੇ ਕਰ ਰਿਹਾ। ਪਰਮਾਤਮਾ ਨੂੰ ਮਿਲਣਾ ਜਾਂ ਅੰਦਰ ਦੀ ਖੋਜ ਕਰਨੀ, ਇਹ ਤਾਂ ਜੀਵ ਦਾ ਮਕਸਦ ਹੀ ਨਹੀਂ। ਇਸ ਕਰਕੇ ਤਾਂ ਪੜ੍ਹਦਾ ਹੀ ਨਹੀਂ ਉਹ, ਤਾਂ ਕਰਕੇ ਉਹਦਾ ਮਨ ਨਹੀਂ ਧੋਤਾ ਜਾਂਦਾ, ਤਾਂ ਉਹਦਾ ਮਨ ਨਹੀਂ ਟਿਕਦਾ। ਸੋ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਮਨਮੁਖ ਜੀਵ ਵੀ ਪੜ੍ਹਦੇ, ਪਰ ਉਹਨਾਂ ਨੂੰ ਪੜ੍ਹਨ ਦੀ ਵਿਧੀ ਨਹੀਂ ਆਉਂਦੀ, ਤਰੀਕਾ ਨਹੀਂ ਆਉਂਦਾ। ਇਸ ਕਰਕੇ ਉਹਨਾਂ ਦਾ ਮਨ ਹੈ ਜਿਹੜਾ ਪੜ੍ਹਦਿਆਂ ਤੋਂ ਵੀ ਧੋਤਾ ਨਹੀਂ ਜਾਂਦਾ। ਜਿਸ ਨਾਮ ਦੀ ਗੁਰਬਾਣੀ ਗੁਰੂ ਮਹਿਮਾ ਕਰਦੇ ਹਰ ਇੱਕ ਸ਼ਬਦ 'ਚ, ਉਸ ਨਾਮ ਨੂੰ ਅਸੀਂ ਬੁੱਝਣਾ ਹੁੰਦਾ, ਅੰਦਰੋਂ ਅਸੀਂ ਖੋਜਣਾ ਹੁੰਦਾ। ਤੇ ਜਿਹੜੇ ਮਨਮੁਖ ਨੇ ਉਹ ਗੁਰਬਾਣੀ ਪੜ੍ਹਦੇ ਹੋਏ ਵੀ ਨਾਮ ਨੂੰ ਨਹੀਂ ਮੰਨਦੇ, ਨਾਮ ਨੂੰ ਬੁੱਝਦੇ ਨਹੀਂ ਹੈ। ਇਸ ਲਈ ਮਹਾਰਾਜ ਕਹਿੰਦੇ ਪੜ੍ਹੇ ਮਨਮੁਖ ਪਰ ਵਿਦ ਨਹੀਂ ਜਾਨਾ, ਨਾਮ ਨਾ ਬੂਝੈ ਭਰਮ ਭੁਲਾਨਾ। ਵੀ ਪੜ੍ਹਦਾ ਤਾਂ ਮਨਮੁਖ ਵੀ ਹੈ, ਪਰ ਉਹਨੂੰ ਵਿਧੀ ਤਰੀਕਾ ਨਾ ਆਉਣ ਕਰਕੇ ਨਾ ਤਾਂ ਉਹ ਨਾਮ ਨੂੰ ਬੁੱਝਦਾ, ਤੇ ਇਸ ਕਰਕੇ ਉਹਦਾ ਮਨ ਵੀ ਨਹੀਂ ਟਿਕਦਾ ਹੈ। ਤੇ ਆਪਦੀ ਮਰਜ਼ੀ ਦੁਆਰਾ ਉਹ ਸਮਾਂ ਬਣ ਲੈਂਦਾ। ਸਵੇਰੇ ਪੜ੍ਹਨਾ, ਦੁਪਹਿਰਿਓਂ ਪੜ੍ਹ ਲਓ, ਸ਼ਾਮ ਨੂੰ ਪੜ੍ਹ ਲਓ, ਰਾਤ ਨੂੰ ਪੜ੍ਹ ਲਓ। ਪੜ੍ਹਦਾ ਤਾਂ ਰੋਜ਼ ਹੈ, ਪਰ ਪੜ੍ਹਦੇ ਵੀ ਉਹਦਾ ਮਨ ਨਹੀਂ ਟਿਕਦਾ। ਮਹਾਰਾਜ ਕਹਿੰਦੇ ਨਾਨਕ ਸੰਧਿਆ ਕਰੇ ਮਨ ਮੁਖੀ, ਜੀਉ ਨਾ ਟਿਕੇ ਮਰ ਜੰਮੇ ਹੋਏ ਖਵਾਰ। ਵੀ ਫੇਰ ਜੰਮਦਾ ਮਰਦਾ, ਫੇਰ ਖਵਾਰ ਹੁੰਦਾ। ਕਿਉਂਕਿ ਮਨ ਤੋਂ ਜਿਹੜੀ ਮੈਲ ਸੀ ਪਾਪਾਂ ਦੀ, ਉਹ ਤਾਂ ਉਤਰੀ ਹੋਈ ਨਹੀਂ, ਮਨ ਤੋਂ ਸ਼ੁੱਧ ਹੋਇਆ ਹੀ ਨਹੀਂ। ਮਨ ਦੇ ਵਿੱਚ ਤਾਂ ਫੇਰ ਉਹੀ ਹੋ ਬੈਰ ਵਿਰੋਧ ਈਰਖਾ ਨਫ਼ਰਤ ਉਵੇਂ ਹੀ ਭਰੀ ਹੋਈ ਹੈ ਅੰਦਰ। ਮੁਖ ਤੋਂ ਜ਼ਿਆਦਾ ਬੋਲਦੇ, ਇੰਨਾ ਤੱਤਾ ਬੋਲਦੇ, ਇੰਨਾ ਫਿੱਕਾ ਬੋਲਦੇ ਵੀ ਦੂਸਰੇ ਦੇ ਅੰਦਰ ਵੀ ਅੱਗ ਲਾ ਦਿੰਦੇ ਸੁਣਨ ਵਾਲੇ ਤੇ। ਐਸੇ ਜੀਵ ਨੂੰ ਜੇ ਆਖੀਏ ਵੀ ਉਹ ਬਾਣੀ ਵੀ ਰੋਜ਼ ਪੜ੍ਹਦਾ ਤੇ ਆਖੀਏ ਵੀ ਗੁਰਮੁਖ, ਮਹਾਰਾਜ ਦਾ ਕਹਿੰਦੇ ਬੜਾ ਮਨਮੁਖ ਆ। ਵੀ ਇਹਨੂੰ ਇਹ ਨਹੀਂ ਪਤਾ ਵੀ ਮੈਂ ਮਨ ਨੂੰ ਧੋਣਾ, ਤੇ ਮਨ ਤਾਂ ਇਹਦਾ ਧੋਤਾ ਹੀ ਨਾ ਗਿਆ, ਮਨ ਤਾਂ ਇਹਦਾ ਸ਼ੁੱਧ ਹੋਇਆ ਹੀ ਨਾ, ਮਨ ਤੋਂ ਪਾਪਾਂ ਦੀ ਮੈਲ ਤਾਂ ਉਤਰੀ ਗਈ ਨਾ, ਪਾਪ ਤਾਂ ਫੇਰ ਉਵੇਂ ਕਮਾ ਰਹੀ ਹੈ। ਬਈ ਗੁਰਬਾਣੀ ਗੁਰੂ ਪੜ੍ਹ ਕੇ ਇਹੋ ਤਾਂ ਅਸੀਂ ਸਿੱਖਿਆ ਲੈਣੀ ਸੀ, ਸੋਝੀ ਲੈਣੀ ਸੀ ਵੀ ਅਸੀਂ ਪਾਪ ਨਹੀਂ ਕਰਨੇ, ਤੇ ਉਹ ਪੜ੍ਹ ਕੇ ਵੀ ਫੇਰ ਵੀ ਪਾਪ ਕਰਦਾ। ਪਾਪ ਕਿਵੇਂ ਪਾਪ ਹੁੰਦਾ? ਜਿਵੇਂ ਮੰਨ ਲਓ ਵੀ ਸਵੇਰੇ ਜੀਵ ਉੱਠਿਆ, ਉੱਠ ਕੇ ਉਹਨੇ ਇਸ਼ਨਾਨ ਕੀਤਾ, ਗੁਰੂ ਘਰ ਆ ਕੇ ਸੇਵਾ ਵੀ ਕੀਤੀ, ਗੁਰੂ ਸਾਹਿਬ ਪ੍ਰਕਾਸ਼ ਕੀਤੇ, ਸੇਵਾ ਕੀਤੀ। ਸੇਵਾ ਕਰਕੇ ਉਹ ਜਦੋਂ ਬਾਹਰ ਗਿਆ ਤੇ ਕਿਸੇ ਨੇ ਮਾੜੀ ਜੀ ਉਹਨੂੰ ਕੋਈ ਸ਼ਬਦ ਦੀ ਚੋਟ ਮਾਰਤੀ, ਉਹਨੂੰ ਇੰਨਾ ਗੁੱਸਾ ਚੜ੍ਹਿਆ, ਇਹ ਗੁੱਸਾ ਚੜ੍ਹ ਕੇ ਉਹਨੇ ਅੱਗਿਓਂ ਫਿੱਕਾ ਬੋਲਣਾ ਸ਼ੁਰੂ ਕਰ ਦਿੱਤਾ। ਉਹਨੂੰ ਕਹਿੰਦੇ ਵੀ ਇਹਨੇ ਪਾਪ ਕਮਾਇਆ, ਵੀ ਇਹਦੇ ਅੰਦਰ ਇੰਨਾ ਕ੍ਰੋਧ ਭਰਿਆ ਹੋਇਆ, ਇੰਨਾ ਗੁੱਸਾ ਹੈ ਵੀ ਇਹਨੇ ਸੇਵਾ ਤਾਂ ਕੀਤੀ ਪਰ ਇਹਦਾ ਮਨ ਤਾਂ ਧੋਤਾ ਹੀ ਨਾ ਗਿਆ, ਮਨ ਤਾਂ ਸ਼ੁੱਧ ਹੀ ਨਾ ਹੋਇਆ। ਇਸ ਨੂੰ ਮਹਾਰਾਜ ਕਹਿੰਦੇ ਮਨ ਮੈਂ ਕ੍ਰੋਧ ਮਹਾ ਹੰਕਾਰ, ਪੂਜਾ ਕਰੇ ਬਹੁਤ ਵਿਸਤਾਰ, ਘਰ ਇਸ਼ਨਾਨ ਤਨ ਚੱਕਰ ਬਣਾਏ, ਮਨ ਕੀ ਮਲ ਕਬੂ ਨਾ ਜਾਏ। ਵੀ ਸਵੇਰੇ ਉੱਠੇ, ਤਨ ਦਾ ਤਾਂ ਇਸ਼ਨਾਨ ਕਰ ਲਿਆ, ਤਨ ਨੂੰ ਨਵਾ ਲਿਆ, ਫਿਰ ਸੇਵਾ ਵੀ ਕੀਤੀ, ਤੇ ਜਦੋਂ ਬਾਹਰ ਗਏ ਕਿਸੇ ਨੇ ਮਾੜਾ ਜਿਹਾ ਚੋਟ ਮਾਰੀ ਤੇ ਉਦੋਂ ਹੀ ਪਾਪ ਕਮਾਉਣੇ ਸ਼ੁਰੂ ਕਰਤੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਤੇਰਾ ਮਨ ਤਾਂ ਫਿਰ ਉਹੋ ਜਿਹਾ ਹੀ ਹੈ, ਤੇਰਾ ਮਨ ਤਾਂ ਧੋਤਾ ਹੀ ਨਾ ਗਿਆ, ਮਨ ਤੋਂ ਤਾਂ ਤੇਰੇ ਮੈਲ ਉਤਰੀ ਹੋਈ ਨਾ। ਸੋ ਇਸ ਕਰਕੇ ਫਿਰ ਜੀਵ ਅਗਿਆਨਤਾ ਦੇ ਵਿੱਚ ਪਾਪ ਕਰਦਾ। ਪਾਪ ਤਾਂ ਕਈ ਗੁਰੂ ਘਰ ਆਉਣ ਕੇ ਵੀ ਇੱਥੇ ਵੀ ਕਰੀ ਜਾਂਦੇ, ਗੁਰੂ ਸਾਹਿਬ ਦੀ ਹਜ਼ੂਰੀ 'ਚ ਹੀ ਪਾਪ ਕਰੀ ਜਾਂਦੇ, ਇੱਥੇ ਹੀ ਨਿੰਦਿਆ ਕਰੀ ਜਾਂਦੇ, ਇੱਥੇ ਹੀ ਝੂਠ ਬੋਲੀ ਜਾਂਦੇ, ਵੈਰ ਵਿਰੋਧ ਈਰਖਾ ਨਫ਼ਰਤ ਦੀ ਗੱਲ ਕਰੀ ਜਾਂਦੇ, ਦੁਬਦਾ ਦੀ ਗੱਲ ਕਰੀ ਜਾਂਦੀ।
ਨਿੰਦਿਆ ਚੁਗਲੀ ਕਰਨੀ ਸ਼ੁਰੂ ਕਰ ਦਿੰਦੇ, ਦੂਸਰੇ ਦੀ ਬੁਰਾਈ ਕਰਨੀ ਸ਼ੁਰੂ ਕਰ ਦਿੰਦੇ। ਉਹ ਤਾਂ ਅਸੀਂ ਇਹਨਾਂ ਦੀ ਹਜ਼ੂਰੀ 'ਚ ਹੀ ਪਾਪ ਕਰੀ ਜਾਂਦੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਪਾਪ, ਇਹ ਸਾਡੇ ਮਨ ਕਰਦਾ ਗਿਆਨਤਾ 'ਚ, ਇਹ ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ, ਇਹ ਪਾਪ ਨੇ। ਹੁਣ ਇਹਨਾਂ ਪਾਪਾਂ ਦੀ ਮਨ ਦੇ ਉੱਤੇ ਮੈਲ ਚੜ੍ਹਦੀ ਹੈ। ਇਹ ਮੈਲ ਰੋਜ਼ ਚੜੀ ਜਾਂਦੀ ਅੱਗੇ ਦੀ ਅੱਗੇ। ਉਨੀ ਜੀਵ ਲਾਉਂਦਾ ਨਹੀਂ, ਕਿਉਂਕਿ ਲਾਉਣ ਦਾ ਤਾਂ ਇਹਨੂੰ ਤਰੀਕਾ ਹੀ ਨਹੀਂ ਆਉਂਦਾ, ਜੁਗਤ ਹੀ ਨਹੀਂ ਆਉਂਦੀ। ਗੁਰਬਾਣੀ ਪੜ੍ਹਦੇ ਵੀ ਇਹਦੀ ਮੈਲ ਨਹੀਂ ਲੈਂਦੀ, ਕਿਉਂਕਿ ਉਹ ਵਿਚਾਰਦਾ ਨਹੀਂ, ਖੋਜਦਾ ਨਹੀਂ, ਅਤੇ ਪਾਪ ਰੋਜ਼ ਕਰੀ ਜਾਂਦਾ ਅੱਗੇ ਦੀ ਅੱਗੇ। ਹੋਰ ਗਾਂਹ ਨਿੰਦਿਆ ਕਰ ਕਰਕੇ, ਵੈਰ ਵਿਰੋਧ, ਫਿੱਕਾ ਬੋਲ ਬੋਲ ਕੇ ਉਹ ਗਾਂਹ ਦੀ ਗਾਂਹ ਹੋਰ ਮੈਲ ਤੇ ਮੈਲ ਉੱਤੇ ਦੀ ਉੱਤੇ ਹੋਰ ਚੜ੍ਹਦੀ ਜਾਂਦੀ। ਇਸ ਲਈ ਮਾਰੇ ਕਹਿੰਦੇ ਫਿਰ ਵੀ ਇਹ ਜਿਹੜੀ ਪਾਪਾਂ ਦੀ ਮੈਲ ਚੜ੍ਹੀ, ਅਤੇ ਜਿਵੇਂ ਹੁਣ ਅਸੀਂ ਤਨ ਨੂੰ ਤਾਂ ਰੋਜ਼ ਨਹਾਉਂਦੇ ਹਾਂ, ਕੱਪੜਾ ਪਾਉਂਦੇ ਹਾਂ, ਕੱਪੜਾ ਮੈਲਾ ਹੋ ਜਾਂਦਾ, ਉਹਨੂੰ ਅਸੀਂ ਧੋ ਲੈਂਦੇ ਹਾਂ, ਤਨ ਨੂੰ ਧੋ ਲੈਂਦੇ ਹਾਂ। ਹੁਣ ਜਿਹੜੀ ਇਹ ਮਨ 'ਤੇ ਮੈਲ ਲੱਗਦੀ, ਇਹ ਨਾਮ ਤੋਂ ਬਿਨਾਂ ਨਹੀਂ ਲੈਂਦੀ, ਗੁਰੂ ਦੀ ਮੱਤ ਤੋਂ ਬਿਨਾਂ ਨਹੀਂ ਲੈਂਦੀ। ਤਾਂਹੀਓ ਆਪਾਂ ਨੂੰ ਰੋਜ਼ ਗੁਰੂ ਨਾਨਕ ਦੇਵ ਜੀ ਸਮਝਾਉਂਦੇ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਨ ਲਈਏ ਉਤੋਂ ਹੀ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਮੇ ਕੇ ਰੰਗ। ਵੀ ਜਿਹੜਾ ਇਹ ਹੁਣ ਕੱਪੜਾ ਮੈਲਾ ਹੋ ਗਿਆ, ਤਨ ਮੈਲਾ ਹੋ ਗਿਆ, ਇਹਨੂੰ ਤਾਂ ਅਸੀਂ ਰੋਜ਼ ਧੋ ਲੈਂਦੇ ਹਾਂ ਅਤੇ ਇਹਦੀ ਮੈਲ ਲਾ ਦਿੰਦੇ। ਪਰ ਜੀਵ ਨੂੰ ਅਗਿਆਨਤਾ 'ਚ ਪਤਾ ਹੀ ਨਹੀਂ ਵੀ ਮੇਰਾ ਇਹ ਮਨ 'ਤੇ ਰੋਜ਼ ਮੈਲ ਲੱਗਦੀ, ਉਹਨੂੰ ਅਸੀਂ ਧੋਂਦੇ ਹੀ ਨਹੀਂ। ਉਹ ਗਾਂਹ ਦੀ ਗਾਂਹ ਹੋਰ ਉੱਤੇ ਦੀ ਉੱਤੇ ਹੋਰ ਚੜ੍ਹੀ ਜਾਂਦੀ। ਸੋ ਇਸ ਵਾਸਤੇ ਫਿਰ ਇਹ ਸਤ ਸੰਗਤ ਹੈ। ਜਦੋਂ ਆਪਾਂ ਸਤਸੰਗ 'ਚ ਆਉਂਦੇ ਹਾਂ, ਸਤਸੰਗ 'ਚ ਆ ਕੇ ਫਿਰ ਸਾਡੇ ਮਨ ਦੀ ਮੈਲ ਉਤਰਦੀ। ਜਦੋਂ ਇੱਕ ਜਾਣਾ ਆਪਾਂ ਸ਼ਬਦ ਦੀ ਵਿਚਾਰ ਕਰਦੇ ਹਾਂ, ਬਾਕੀ ਆਪਾਂ ਧਿਆਨ ਨਾਲ ਸੁਣਦੇ ਹਾਂ, ਫਿਰ ਇਹਦੇ ਨਾਲ ਸਾਡਾ ਮਨ ਅਤੇ ਮਨ ਦਾ ਤਨ ਹੈ ਜਿਹੜਾ, ਇਹ ਦੋਵੇਂ ਧੋਤੇ ਜਾਂਦੇ। ਮਹਾਰਾਜ ਫਰਮਾਉਂਦੇ, ਮਨ ਤਨ ਧੋਵੇ ਸ਼ਬਦ ਵਿਚਾਰੀ, ਕਿ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ, ਸਾਡਾ ਮਨ ਅਤੇ ਮਨ ਦਾ ਤਨ ਦੋਵੇਂ ਧੋਤੇ ਜਾਣੇ। ਫਿਰ ਜਦੋਂ ਆਪਾਂ ਇਹ ਸਿਮਰਨ ਕਰਦੇ ਹਾਂ, ਗੁਰੂ ਦੀ ਮੱਤ ਲੈ ਕੇ ਸਾਸ ਗਿਰਾਸ, ਅੰਦਰ ਸਵਾਸ ਜਾਂਦਾ ਵਾਹੇ, ਬਾਹਰ ਆਉਂਦਾ ਗੁਰੂ ਬੋਲਦੇ ਹਾਂ, ਆਪਦੀ ਆਵਾਜ਼ ਨੂੰ ਪੂਰਾ ਧਿਆਨ ਨਾਲ ਸੁਣਦੇ ਹਾਂ, ਫਿਰ ਇਹਦੇ ਨਾਲ ਸਾਡੇ ਮਨ ਦੀ ਮੈਲ ਲੈਂਦੀ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਇਹ ਜਿਹੜਾ ਮਨ ਨੂੰ ਮੈਲ ਲੱਗਦੀ, ਮੈਲ ਦੇ ਵਿੱਚ ਹੀ ਫਿਰ ਇਹ ਰੋਗੀ ਹੋ ਜਾਂਦਾ। ਜਿਵੇਂ ਸਰੀਰ ਨੂੰ ਹੁਣ ਆਪਾਂ ਕੋਈ ਨਵਾਈਏ ਨਾ, ਧਵਾਈਏ ਨਾ, ਇਹਨੂੰ ਚੰਗਾ ਭੋਜਨ ਨਾ ਦਈਏ, ਅਤੇ ਇਹਨੇ ਰੋਗੀ ਹੋ ਜਾਣਾ। ਜਿਵੇਂ ਆਪਾਂ ਦੇਖਦੇ ਹੁਣ ਜਿਹੜੇ ਜੀਵ ਮਾਨਸਿਕ ਤੌਰ 'ਤੇ ਠੀਕ ਨਹੀਂ ਹੁੰਦੇ, ਦਿਮਾਗੀ ਤੌਰ 'ਤੇ ਕਮਲੇ ਹੋ ਜਾਂਦੇ, ਉਹ ਹੁਣ ਨਹਾਉਂਦੇ ਧੋਂਦੇ ਨਹੀਂ, ਨਾ ਉਹਨੇ ਖਾਣਾ ਚੰਗਾ, ਨਾ ਉਹਨਾਂ ਨੇ ਪਹਿਨਣਾ, ਜਿੱਧਰ ਨੂੰ ਮੂੰਹ ਆਇਆ ਉੱਧਰ ਨਹੀਂ ਉਹ ਤੁਰਦੇ ਨਹੀਂ, ਅਤੇ ਉਹਨਾਂ ਦਾ ਸਰੀਰ ਵੀ ਰੋਗੀ ਹੋ ਜਾਂਦਾ, ਉੱਤੇ ਦੇ ਉੱਤੇ ਮੈਲ ਚੜ੍ਹੀ ਜਾਂਦੀ, ਉਹ ਰੋਗ ਲੱਗ ਜਾਂਦੇ। ਸੋ ਇਸੇ ਤਰ੍ਹਾਂ ਹੀ ਫਿਰ ਇਹ ਮਨ ਨੂੰ ਰੋਗ ਲੱਗਦੇ। ਜਦੋਂ ਮਨ ਦੇ ਉੱਤੇ ਮੈਲ ਚੜ੍ਹਦੀ ਜਾਂਦੀ, ਫਿਰ ਇਹ ਰੋਗੀ ਹੋ ਜਾਂਦਾ। ਜਦੋਂ ਇਹ ਰੋਗੀ ਹੋ ਜਾਂਦਾ, ਫਿਰ ਇਹ ਰੋਗੀ ਮਨ ਦੇ ਲੱਛਣ ਨੇ। ਜਦੋਂ ਸਾਨੂੰ ਛੋਟੀ ਛੋਟੀ ਗੱਲ 'ਤੇ ਗੁੱਸਾ ਆਉਂਦਾ, ਸਮਝ ਲਓ ਸਾਡਾ ਮਨ ਬਹੁਤ ਰੋਗੀ ਹੈ। ਜਦੋਂ ਅਸੀਂ ਕਿਸੇ ਕਿਸਮ ਦੀ ਕੋਈ ਚਿੰਤਾ ਕਰਦੇ ਹਾਂ, ਕੋਈ ਫਿਕਰ ਕਰਦੇ ਹਾਂ, ਸਮਝ ਲਓ ਸਾਡਾ ਮਨ ਰੋਗੀ ਹੈ। ਇਹ ਕਮਜ਼ੋਰ ਚਿੱਤ ਦੇ ਲੱਛਣ ਨੇ, ਰੋਗੀ ਚਿੱਤ ਦੇ ਲੱਛਣ ਨੇ। ਗੁੱਸਾ ਆਉਣਾ, ਫਿੱਕਾ ਬੋਲਣਾ, ਚਿੰਤਾ ਫਿਕਰ ਕਰਨੀ, ਦੁਵਿਧਾ ਕਰਨੀ, ਵੈਰ ਵਿਰੋਧ ਕਰਨਾ, ਇਹ ਜਿਹੜਾ ਰੋਗੀ ਮਨ ਦੇ ਇਹ ਲੱਛਣ ਨੇ। ਜੇ ਆਪਣਾ ਮਨ ਰੋਗ ਰਹਿਤ ਹੋ ਗਿਆ ਤਾਂ ਇਹਨੂੰ ਗੁੱਸਾ ਨਹੀਂ ਆਏਗਾ। ਆਪਾਂ ਨੂੰ ਚਾਹੇ ਕੋਈ ਚੰਗਾ ਆਖੇ, ਕੋਈ ਮਾੜਾ ਆਖੇ, ਇਹਨੂੰ ਗੁੱਸਾ ਆਉਣਾ ਹੀ। ਜਦੋਂ ਆਪਣਾ ਮਨ ਰੋਗ ਰਹਿਤ ਹੋ ਗਿਆ, ਚਿੰਤਾ ਫਿਕਰ ਨਹੀਂ ਕਰੇਗਾ, ਇਹ ਦੁਵਿਧਾ ਨਹੀਂ ਕਰੇਗਾ, ਕਿਸੇ ਨੂੰ ਇਹ ਮਾੜਾ ਹੀ ਵਚਨ ਨਹੀਂ ਬੋਲੇਗਾ, ਕਿਸੇ ਦਾ ਇਹ ਬੁਰਾ ਨਹੀਂ ਸੋਚੇਗਾ। ਇਹ ਜਿਹੜਾ ਮਨ ਰੋਗ ਰਹਿਤ ਹੋ ਗਿਆ,
ਉਹਦੇ ਲੱਛਣ ਨੇ। ਹੁਣ ਇਹ ਆਪਾਂ ਜਦੋਂ ਸਤਸੰਗ 'ਚ ਆਉਂਦੇ ਹਾਂ, ਫਿਰ ਇੱਥੇ ਆ ਕੇ ਆਪਾਂ ਆਪਦੇ ਆਪੇ ਦੀ ਪੜਚੋਲ ਕਰਨੀ, ਆਪਦੇ ਅੰਦਰ ਝਾਤੀ ਮਾਰਨੀ ਵੀ ਕੀ ਅਸੀਂ ਰੋਗ ਰਹਿਤ ਹਾਂ ਕਿ ਜਾਂ ਅਸੀਂ ਰੋਗੀ। ਵੀ ਇਹ ਆਪਾਂ ਨੂੰ ਜੋ ਗੁਰਬਾਣੀ ਗੁਰੂ ਵਿੱਚ ਇਹ ਲੱਛਣ ਦੱਸਦੇ, ਆਪਾਂ ਆਪਦੇ ਅੰਦਰ ਦੇਖਣਾ ਵੀ ਸਾਡੇ ਵਿੱਚ ਇਹ ਰੋਗੀ ਚਿੱਤ ਦੇ ਲੱਛਣ ਤਾਂ ਨਹੀਂ। ਵੀ ਸਾਨੂੰ ਗੁੱਸਾ ਤਾਂ ਨਹੀਂ ਆਉਂਦਾ, ਜਾਂ ਅਸੀਂ ਵੈਰ ਵਿਰੋਧ ਤਾਂ ਨਹੀਂ ਕਰਦੇ, ਅਸੀਂ ਚਿੰਤਾ ਫਿਕਰ ਤਾਂ ਨਹੀਂ ਕਰਦੇ, ਅਸੀਂ ਕਿਸੇ ਦੀ ਨਿੰਦਿਆ ਤਾਂ ਨਹੀਂ ਕਰਦੇ। ਜੇ ਕਰਦੇ ਹਾਂ ਇਹ ਰੋਗੀ ਹੈ ਮਨ। ਹੁਣ ਰੋਗੀ ਫਿਰ ਠੀਕ ਕਿਵੇਂ ਹੋਵੇ? ਤੇ ਉਹਦੇ ਵਾਸਤੇ ਫਿਰ ਮਹਾਰਾਜ ਕਹਿੰਦੇ ਸਿਮਰਨ ਕਰੋ, ਨਾਲ ਨਾਲ ਸਤ ਸੰਗਤ ਕਰੋ, ਤਾਂ ਕਿ ਸਾਨੂੰ ਪਤਾ ਲੱਗਦਾ ਜਾਵੇ ਵੀ ਕਿੰਨਾ ਕੁ ਸਾਡਾ ਰੋਗ ਠੀਕ ਹੋਇਆ, ਕਿੰਨਾ ਕੁ ਸਾਡਾ ਅੱਗੇ ਨਾਲੋਂ ਫਰਕ ਪਿਆ। ਜੇ ਅਸੀਂ ਸੰਗਤ ਨਹੀਂ ਕਰਾਂਗੇ ਤੇ ਸਾਨੂੰ ਭੁੱਲ ਜਾਣ, ਫਿਰ ਸਾਨੂੰ ਰੋਗਾਂ ਦਾ ਪਤਾ ਵੀ ਨਹੀਂ ਲੱਗਣਾ। ਵੀ ਜਿਵੇਂ ਜਿਹੜਾ ਜੀਵ ਕਮਲਾ ਹੋ ਜਾਂਦਾ ਨਾ, ਕਮਲੇ ਨੂੰ ਨਹੀਂ ਪਤਾ ਰਹਿੰਦਾ ਵੀ ਮੈਂ ਕਮਲਾ ਹੋਇਆ ਹੋਇਆ। ਉਹ ਆਪਦੇ ਤੌਰ 'ਤੇ ਉਹ ਸਿਆਣਾ ਸਮਝਣ ਲੱਗ ਜਾਂਦਾ ਆਪਦੇ ਆਪ। ਅਤੇ ਉਹ ਜਿਹੜਾ ਡਾਕਟਰ ਹੁੰਦਾ ਉਹਨੂੰ ਕਮਲਾ ਸਮਝਦੇ, ਜਿਵੇਂ ਉਹ ਕਮਲਿਆਂ ਵਾਸਤੇ ਪਾਗਲਖਾਨੇ ਬਣੇ ਹੁੰਦੇ। ਹੁਣ ਉਹ ਪਾਗਲ ਜਦੋਂ ਇਕੱਠੇ ਹੁੰਦੇ ਅਤੇ ਉਹ ਜਦੋਂ ਡਾਕਟਰ ਉਹਨਾਂ ਕੋਲ ਆਉਂਦਾ, ਉਹ ਉਹਨੂੰ ਮਖੌਲ ਕਰਦੇ ਵੀ ਉਹ ਕਮਲਾ ਤੁਰਿਆ ਆ ਰਿਹਾ। ਹਾਲਾਂਕਿ ਹੈ ਉਹ ਆਪ ਕਮਲੇ ਨੇ, ਪਰ ਉਹ ਆਪਦੇ ਆਪ ਨੂੰ ਭਰਮ ਪੈ ਗਿਆ ਵੀ ਅਸੀਂ ਸਿਆਣੇ ਹਾਂ, ਵੀ ਇਹ ਕਮਲਾ ਹੈ। ਇਸੇ ਤਰ੍ਹਾਂ ਹੀ ਜਿਹੜੇ ਜੀਵ ਸੰਗਤ ਨਹੀਂ ਕਰਦੇ, ਉਹ ਗੁਰਮੁਖਾਂ ਨੂੰ ਕਮਲੇ ਕਹਿੰਦੇ ਵੀ ਇਹ ਤਾਂ ਜੀ ਐਵੇਂ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ ਪਏ ਨੇ, ਇਹ ਕੋਈ ਗੱਲ ਨਹੀਂ ਹੈ। ਅਤੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਕਮਲੇ ਹੋਏ ਫਿਰਦੇ ਹਾਂ ਨਾਮ ਤੋਂ ਬਿਨਾਂ। ਮਹਾਰਾਜ ਕਹਿੰਦੇ ਸਾਰਾ ਜਗਤ ਹੀ ਕਮਲਾ, ਬਿਨ ਨਾਮੇ ਜਗ ਕਮਲਾ ਫੇਰੇ, ਗੁਰਮੁਖ ਨਦਰੀ ਆਇਆ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਦੋਂ ਅਸੀਂ ਸਤ ਸੰਗਤ ਕਰਾਂਗੇ, ਨਾਲ ਸਿਮਰਨ ਕਰਾਂਗੇ, ਫਿਰ ਸਾਨੂੰ ਪਤਾ ਲੱਗਦਾ ਜਾਂਦਾ ਵੀ ਜਿਉਂ ਜਿਉਂ ਸਾਡਾ ਰੋਗ ਠੀਕ ਹੋਏਗਾ, ਫਿਰ ਅਸੀਂ ਮੰਨਾਂਗੇ ਵੀ ਵਾਕਈ ਅਸੀਂ ਕਮਲੇ ਹਾਂ। ਜਦੋਂ ਸਾਨੂੰ ਗਿਆਨ ਹੁੰਦਾ, ਸੋਝੀ ਆਉਂਦੀ, ਫਿਰ ਸਾਡਾ ਮਨ ਮੰਨਦਾ ਹੈ। ਅਤੇ ਜੇ ਕਮਲੇ ਨੂੰ ਸਿੱਧਾ ਕਮਲਾ ਆਖੀਏ, ਉਹ ਗੁੱਸਾ ਕਰਦਾ। ਜਦੋਂ ਹੀ ਉਹਦਾ ਇਲਾਜ ਹੋ ਜਾਂਦਾ, ਉਹਨੂੰ ਦਾਰੂ ਮਿਲਦਾ, ਅਤੇ ਫਿਰ ਉਹ ਆਪੇ ਹੀ ਮੰਨ ਜਾਂਦਾ ਵੀ ਵਾਕਈ ਮੈਂ ਕਮਲਾ ਹੋਇਆ ਹੋਇਆ। ਸੋ ਇਸੇ ਤਰ੍ਹਾਂ ਹੀ ਹੁਣ ਜਿਉਂ-ਜਿਉਂ ਆਪਾਂ ਸਤ ਸੰਗਤ ਕਰਾਂਗੇ, ਸਿਮਰਨ ਕਰਾਂਗੇ, ਫਿਰ ਇਹ ਸਾਡੇ ਮਨ ਦੇ ਰੋਗ ਠੀਕ ਹੋਣੇ, ਅਤੇ ਫਿਰ ਇਹ ਪਾਪਾਂ ਦੀ ਮੈਲ ਲੈਣੀ ਮਨ 'ਚ। ਅਤੇ ਜਿਉਂ-ਜਿਉਂ ਇਹਦੀ ਮੈਲ ਲਏਗੀ, ਤਿਉਂ-ਤਿਉਂ ਉਹਨੇ ਸੁਖੀ ਹੁੰਦਾ ਜਾਣਾ। ਆਹੋ ਹੁਣ ਸੁਖੀ ਹੋਣ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਇਸ ਆਸਗਿਰਾ ਸਿਮਰਨ ਦੱਸਦੇ ਨੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਇਹ ਆਪਾਂ ਸਿਮਰਨ ਕਰਦੇ ਹਾਂ, ਇਹਦੇ ਨਾਲ ਸਾਡੇ ਮਨ ਦੀ ਮੈਲ ਲੈਂਦੀ। ਇੱਕ ਜਦੋਂ ਆਪਾਂ ਇਹ ਸ਼ਬਦ ਦੀ ਵਿਚਾਰ ਕਰਦੇ ਹਾਂ ਗੁਰਬਾਣੀ ਗੁਰੂ ਦੀ, ਇਹਦੇ ਨਾਲ ਸਾਡੇ ਮਨ ਦੀ ਮੈਲ ਲੈਂਦੀ। ਹੁਣ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਆਪਾਂ ਸਤਸੰਗ 'ਚ ਆਉਂਦੇ ਹਾਂ, ਆਪਾਂ ਨੂੰ ਸਤਿਗੁਰੂ ਇਹ ਗਿਆਨ ਦਿੰਦੇ ਵੀ ਜੇ ਤਾਂ ਤੁਸੀਂ ਚਾਹੁੰਦੇ ਹੋ ਵੀ ਸਾਡਾ ਮਨ ਸ਼ੁੱਧ ਹੋਵੇ, ਫਿਰ ਉਹਦੇ ਵਾਸਤੇ ਸਿਮਰਨ ਕਰਦੇ ਰਹੋ। ਅਤੇ ਜਦੋਂ ਇਕੱਠੇ ਹੁੰਦੇ ਉਦੋਂ ਚਾਰ ਜੀਵ, ਉਦੋਂ ਗੁਰਬਾਣੀ ਗੁਰੂ ਦੀ ਵਿਚਾਰ ਕਰੋ। ਵੀ ਜਿੰਨੀ ਆਪਾਂ ਨੂੰ ਸਤਸੰਗਤ ਕਰਕੇ ਸਮਝ ਲੱਗਦੀ ਹੈ, ਉਹਨਾਂ ਆਪਾਂ ਅੱਗੇ ਦੱਸਣਾ ਹੁੰਦਾ, ਆਪਾਂ ਵਿਚਾਰ ਕਰਨੀ ਹੁੰਦੀ। ਉਹਦੇ ਨਾਲ ਇੱਕ ਤਾਂ ਸਾਨੂੰ ਆਪ ਨੂੰ ਲਾਹਾ ਕਿ ਸਾਡੇ ਮਨ 'ਤੇ ਮੈਲ ਨਹੀਂ ਚੜ੍ਹੇਗੀ, ਸਾਡਾ ਮਨ ਪਾਪ ਨਹੀਂ ਕਰੇਗਾ, ਅਤੇ ਨਾਲ ਹੀ ਅਗਲਾ ਜਿਹੜਾ ਸੁਣੇਗਾ ਉਹਦੀ ਵੀ ਕੁਛ ਨਾ ਕੁਛ ਮੈਲ ਲੈ ਜਾਏਗੀ, ਉਹਨੂੰ ਵੀ ਲਾਹਾ ਹੋਏਗਾ। ਅਤੇ ਜੇ ਹੁਣ ਅਸੀਂ ਨਾ ਤਾਂ ਸਿਮਰਨ ਕਰਦੇ, ਨਾ ਸ਼ਬਦ ਦੀ ਵਿਚਾਰ ਕਰਦੇ ਹਾਂ, ਫਿਰ ਅਸੀਂ ਕੀ ਕਰਾਂਗੇ? ਫਿਰ ਅਸੀਂ ਪਾਪ ਕਰਾਂਗੇ। ਫਿਰ ਉਹ ਜੀਵ ਕਿਸੇ ਦੀ ਨਿੰਦਿਆ ਸ਼ੁਰੂ ਕਰ ਲਏਗਾ। ਕਿਸੇ ਨਾਲ ਜਿਹਦੇ ਨਾਲ ਵਿਚਾਰ ਨਹੀਂ ਮਿਲਦੇ ਉਹਦੀ ਨਿੰਦਿਆ, ਜਿਹਦੇ ਨਾਲ ਵਿਚਾਰ ਮਿਲਦੇ ਉਹਦੀ ਉਸਤਤ ਕਰਨੀ ਸ਼ੁਰੂ ਕਰ ਦੇ। ਅਤੇ ਉਹ ਚਾਹੇ ਅਸੀਂ ਉਸਤਤ ਕਰਦੇ ਹਾਂ, ਚਾਹੇ ਅਸੀਂ ਨਿੰਦਿਆ ਕਰਦੇ ਹਾਂ, ਉਹ ਪਾਪਾਂ ਦੀ ਮੈਲ ਸਾਡੇ ਮਨ 'ਤੇ ਛੱਡ ਜਾਂਦੀ। ਇਸ ਵਾਸਤੇ ਅਸੀਂ ਇਹ ਦੋਵੇਂ ਛੱਡਣੀਆਂ, ਉਸਤਤ ਵੀ ਅਤੇ ਨਿੰਦਿਆ ਵੀ। ਉਸਤਤ ਅਸੀਂ ਪਰਮਾਤਮਾ ਦੀ ਕਰਨੀ, ਵਾਹਿਗੁਰੂ ਦੀ, ਜਿਹਨੇ ਸਾਨੂੰ ਪੈਦਾ ਕੀਤਾ। ਉਸਤਤ ਮਨ ਮੇ ਕਰ ਨਿਰੰਕਾਰ, ਵੀ ਨਿਰੰਕਾਰ ਵਾਹਿਗੁਰੂ ਦੀ ਉਸਤਤ ਕਰੋ। ਅਤੇ ਨਿੰਦਿਆ ਜਿਹੜੀ ਉਹ ਕਿਸੇ ਦੀ ਭਲੀ ਨਹੀਂ, ਕਿਸੇ ਦੀ ਚੰਗੀ ਨਹੀਂ। ਜਿਹੜੇ ਕਰਦੇ ਉਹ ਮਨਮੁਖ ਨੇ, ਮੂਰਖ ਨੇ, ਉਹਨਾਂ ਦੇ ਮਨ ਕਾਲੇ ਹੋ ਜਾਂਦੇ, ਉਹਨਾਂ ਨੂੰ ਨਰਕਾਂ 'ਚ ਸੁੱਟਿਆ ਜਾਂਦਾ।
इस लई महाराज कहते निंदा भली किसे की नाही मन मुख मुग्ध करन मूँह काले तन निंदक नरके घोर भवन। भी ਉਹ ਪਾਪੀ ਨੇ ਤੇ ਉਹੀਓ ਨਿੰਦਿਆ ਦੀ ਪਾਪਾਂ ਦੀ ਮੈਲ ਲੱਗੀ ਤੇ ਉਹਨਾਂ ਨੂੰ ਸਜ਼ਾ ਮਿਲਣੀ ਉਹਦੀ। ਸੋ ਇਸ ਵਾਸਤੇ ਇੱਕ ਤਾਂ ਕਾਰਨ ਐਸਾ ਵੀ ਜਿਹੜਾ ਕਰਕੇ ਸਾਡਾ ਮਨ ਜਿਹੜਾ ਸਾਡਾ ਮੁੱਖ ਉਜਲ ਹੁੰਦਾ ਉਹ ਹੈ ਸਿਮਰਨ ਕਰਨ, ਸ਼ਬਦ ਦੀ ਵਿਚਾਰ ਕਰਨ। ਜਿਹੜੇ ਗੁਰਮੁਖ ਉਹਨਾਂ ਦਾ ਫਿਰ ਮੁੱਖ ਉਜਲ ਸੱਚੇ ਦਰਬਾਰ ਪਰਮਾਤਮਾ ਦੇ ਘਰ ਦੇ ਵਿੱਚ। ਮਹਾਰਾਜ ਕਹਿੰਦੇ ਜਿਨ੍ਹਾਂ ਅੰਤਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿੰਨ ਕੇ ਮੁੱਖ ਸਾਧੂ ਜਿਲੇ ਤਿਤ ਸੱਚੇ ਦਰਬਾਰ। ਉਹਨਾਂ ਦੇ ਮੁੱਖ ਸਦਾ ਹੀ ਉਜਲ ਨੇ ਗੁਰਮੁਖਾਂ ਦੇ। ਤੇ ਇੱਕ ਜਿਹੜੇ ਮਨਮੁਖ ਉਹ ਕਰਮ ਕਰਦੇ ਉਹ ਪਾਪ ਕਮਾਉਂਦੇ, ਉਹ ਜਿਹੜੇ ਨਿੰਦਿਆ ਕਰਕੇ ਵੈਰ ਵਿਰੋਧ ਦੀਆਂ ਗੱਲਾਂ ਕਰਕੇ ਉਹ ਹੋਰ ਅੱਗੇ ਦੀ ਅੱਗੇ ਪਾਪਾਂ ਦੀ ਮੈਲ ਹੋਰ ਲਾਈ ਜਾਂਦੀ। ਸੋ ਆਪਾਂ ਨੂੰ ਹੁਣ ਸੰਗਤ ਕਰਕੇ ਗਿਆਨ ਆ ਜਾਂਦਾ ਤੇ ਹੁਣ ਆਪਾਂ ਦੇਖਣਾ ਵੀ ਅਸੀਂ ਪਾਪ ਕਰਨਾ ਕਿ ਜਾਂ ਅਸੀਂ ਆਪਦਾ ਮੁੱਖ ਉਜਲ ਕਰਨਾ। ਉਹ ਹੁਣ ਸਾਡੇ ਤੇ ਮਨਸਰ ਹੈ। ਫਿਰ ਮਾਲਕ ਸਾਨੂੰ ਸੋਝੀ ਦੇ ਕੇ ਗਿਆਨ ਦੇ ਕੇ ਅੱਗੇ ਸਾਡੇ ਤੇ ਛੱਡ ਦਿੰਦੇ। ਜਿਵੇਂ ਮਾਂ ਪਿਓ ਬੱਚੇ ਨੂੰ ਸਮਝਾਉਂਦੇ, ਸਮਝਾਉਣ ਤੋਂ ਬਾਅਦ ਫਿਰ ਉਹ ਕਹਿ ਦਿੰਦੇ ਪੁੱਤ ਅੱਗੇ ਮਰਜ਼ੀ ਤੇਰੀ ਹੈ। ਵੀ ਮਾਂ ਪਿਓ ਨੇ ਤਾਂ ਦੱਸਣਾ ਹੀ ਹੈ ਵੀ ਆਹ ਤੇਰੇ ਵਾਸਤੇ ਚੰਗਾ ਆਹ ਮਾੜਾ। ਅੱਗੇ ਮੰਨਣਾ ਜਾਂ ਨਾ ਮੰਨਣਾ ਉਹ ਬੱਚੇ ਤੇ। ਜੇ ਤਾਂ ਮਾਂ ਪਿਓ ਦੀ ਮੰਨ ਲੈਂਦਾ ਉਹ ਸੌਖਾ ਰਹਿੰਦਾ ਤੇ ਜੇ ਨਹੀਂ ਮੰਨਦਾ ਫਿਰ ਉਹ ਦੁਖੀ ਹੁੰਦਾ, ਫਿਰ ਉਹ ਔਖਾ ਹੁੰਦਾ। ਸੋ ਇਸੇ ਤਰ੍ਹਾਂ ਹੀ ਹੁਣ ਗੁਰਬਾਣੀ ਗੁਰੂ ਆਪਾਂ ਨੂੰ ਫਿਰ ਇਹ ਸਾਰੀ ਸਿੱਖਿਆ ਸਾਰੀ ਸੋਝੀ ਦਿੰਦੇ ਤੇ ਇਹੋ ਵੇਦ ਸਾਨੂੰ ਗੁਰਮੁਖਾਂ ਨੇ ਦੇਣਾ ਹੁੰਦਾ। ਉਹਨਾਂ ਨੇ ਸਾਨੂੰ ਦੱਸੀ ਜਾਣਾ ਅੱਗੇ ਮੰਨਣਾ ਜਾਂ ਨਾ ਮੰਨਣਾ ਉਹ ਸਾਡੇ ਤੇ। ਜੇ ਅਸੀਂ ਮੰਨ ਲਾਂਗੇ ਤੇ ਅਸੀਂ ਸੁਖੀ ਹੋ ਜਾਵਾਂਗੇ, ਸਾਡਾ ਮੁੱਖ ਉਜਲ ਹੋ ਜਾਏਗਾ, ਸਾਡੇ ਰੋਗ ਠੀਕ ਹੋ ਜਾਣਗੇ, ਅਸੀਂ ਇਹ ਭਵ ਸਾਗਰ ਤੋਂ ਪਾਰ ਲੰਘ ਜਾਵਾਂਗੇ। ਇਸ ਲਈ ਮਹਾਰਾਜ ਕਹਿੰਦੇ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਰ ਸੋ ਗੁਰ ਪ੍ਰਸ਼ਾਦੀ ਤਰੀਏ। ਜੇ ਅਸੀਂ ਬਚਨ ਕਮਾ ਲਈਏ ਸੰਤਾਂ ਦਾ ਤੇ ਅਸੀਂ ਤਰ ਜਾਂਦੇ, ਤੇ ਜੇ ਨਹੀਂ ਕਮਾਉਂਦੇ ਨਹੀਂ ਮੰਨਦੇ ਫਿਰ ਉਹ ਪਾਪਾਂ ਦੀ ਮੈਲ ਹੋਰ ਲੱਗਦੀ ਜਾਂਦੀ ਤੇ ਫਿਰ ਵਾਪਸ ਜੂਨਾਂ 'ਚ ਮੁੜ ਜਾਂਦੇ। ਸੋ ਇਸ ਵਾਸਤੇ ਹੁਣ ਆਪਾਂ ਇਹਨਾਂ ਪਾਪਾਂ ਤੋਂ ਬਚਣਾ, ਨਿੰਦਿਆ ਚੁਗਲੀ ਵੈਰ ਵਿਰੋਧ ਈਰਖਾ ਨਫ਼ਰਤ ਤੋਂ, ਤੇ ਵੱਧ ਤੋਂ ਵੱਧ ਸਿਮਰਨ ਕਰਨਾ, ਸ਼ਬਦ ਦੀ ਵਿਚਾਰ ਕਰਨੀ। ਜਦੋਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ ਆਪਾਂ ਵਿਚਾਰਨਾ ਖੋਜਣਾ ਤਾਂ ਕਿ ਸਾਡਾ ਮਨ ਧੋਤਾ ਜਾਵੇ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ, ਸਾਡੇ ਮਨ ਤੇ ਮੈਲ ਲੱਗੀ ਜਿਹੜੀ ਉਹ ਲੈ ਜਾਵੇ। ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਕਿ ਜੋ ਸਾਡਾ ਮਨ ਮੈਲਾ ਹੋ ਜਾਂਦਾ, ਜੋ ਇਹਦੇ ਤੇ ਪਾਪਾਂ ਦੀ ਮੈਲ ਲੱਗਦੀ, ਕਿਵੇਂ ਇਹਨੇ ਨਿਰਮਲ ਹੋਣਾ, ਕਿਵੇਂ ਸਾਡੀ ਮੈਲ ਲੱਥਣੀ, ਉਹ ਆਪਾਂ ਨੂੰ ਗੁਰਬਾਣੀ ਗੁਰੂ ਦੁਆਰਾ ਗੁਰਮੁਖਾਂ ਨੇ ਭੇਦ ਦਿੱਤਾ। ਉਸੇ ਭੇਦ ਨੂੰ ਹੀ ਆਪਾਂ ਅੱਗੇ ਰੋਜ਼ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਇਹ ਗਿਆਨ ਸਾਡੇ ਹਿਰਦੇ 'ਚ ਸਾਡੇ ਮਨ 'ਚ ਵਸ ਜੇ ਤੇ ਇਹ ਆਪਣਾ ਮਨ ਵੀ ਸ਼ੁੱਧ ਹੋ ਜੇ, ਨਿਰਮਲ ਹੋ ਜੇ। ਸੋ ਇੰਨੀਆਂ ਬੇਨਤੀਆਂ ਇੰਨੇ ਵਿਚਾਰ ਕਰਦੇ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 Bye.
ਵਾਹਿਗੁਰੂ